ਜਿਹੇ ਜਿਹਾ ਆਪਾਂ ਪਾਲੀ ਵਾਸਤੇ ਰਿਸ਼ਤਾ ਲੱਭਦੇ ਸੀ ਉਹੋ ਜਿਹਾ ਹੀ ਪਰਿਵਾਰ ਸੀ, ਗੁਣ ਵੀ ਪੂਰੇ ਨੇ। ਫਿਰ ਅਰਜਨ ਸਿੰਘ ਨੇ ਜਵਾਬ ਕਿਉਂ ਦੇਤਾ? ਹੌਲੀ ਬੋਲੋ, ਜੇ ਸੁਣ ਗਿਆ ਨਾ ਕਿਤੇ ਸਿਆਪਾ ਹੀ ਨਾ ਪੈ ਜਾਏ। भाई गुस्सा ना करी, है चाहे प्राहुणा पर एक बार पूछना बनदा। जे पुछ लिया किते गुस्सा ही ना कर जे, ऊंजे पूछ लो तो चंगा ही है। आहो ओ भाई इन्नी क तां दलेरी रख। ਲੈ ਆ ਗਿਆ ਦਲੇਰ। ਬੱਗੜਾ, ਹਾਂਜੀ ਆਪਦੇ ਫੁੱਫੜ ਨੂੰ ਪਿਆਰ ਜੇ ਨਾਲ ਪੁੱਛ ਗਿਆ ਵੀ ਉਹਨੇ ਰਿਸ਼ਤੇ ਤੋਂ ਜਵਾਬ ਕਿਉਂ ਦਿੱਤਾ। ਬਣ ਸ਼ੇਰ। ਮੈਂ ਗਿੱਦੜ ਹੀ ਠੀਕ ਆ ਜੀ। ਨਹੀਂ ਬਾਪੂ ਜੀ, ਇਹ ਕੰਮ ਤਾਂ ਤੁਸੀਂ ਉਹ ਕਰੋ, ਫੁੱਫੜ ਜੀ ਕਿਤੇ ਇਹਨਾਂ ਦੇ ਗੱਲ ਨਾ ਪੈ ਜਾਣ। ਲਿਆਓ ਮੈਨੂੰ ਮੀਟ ਪਾ ਕੇ ਦਿਓ, ਉੱਤੇ ਕਿਤੇ ਖਾਲੀ ਨਾ ਹੋ ਗਿਆ ਹੋਵੇ। ਤਾਇਆ, ਜੇ ਤੁਹਾਡੇ ਤੋਂ ਕੁਝ ਨਹੀਂ ਬਣਦਾ ਮੈਂ ਫੁੱਫੜ ਨੂੰ ਪਿਆਰ ਨਾਲ ਪੁੱਛ ਕੇ ਆਵਾਂ। ਤੂੰ ਲੱਪੜ ਨਾ ਖਾਲੀ ਮੇਥੋਂ। ਲੱਪੜ ਰਹਿਣ ਦੋ ਤਾਇਆ, ਬੇਬੇ ਜੇ ਭੋਰਾ ਮੀਟ ਪਿਆ ਉਹੀ ਖਵਾ ਦੋ। ਮੈਂ ਦੇਵਾਂ ਕਲੇਜੀ ਭੁੰਨ ਕੇ। ओ भाई तू जवाकां नूं छੱਡ, मेरी गल सुन, मैं जाना आए किते मूंह च पा लूं। ਕਰਤਾ ਰਿਹਾ ਚੱਲਿਆ ਤਾਂ ਹੈਗਾ ਮੇਰਾ ਵੀਰ ਥੋੜਾ ਜਿਹਾ ਪਿਆਰ ਨਾਲ। ਜੇ 33 ਕਰੋੜ ਦੇਵੀ ਦੇਵਤੇ ਰੁੱਸ ਜਾਣ ਉਹ ਮੰਨ ਜਾਣਗੇ, ਜੇ ਅਰਜਨ ਸਿੰਘ ਰੁੱਸ ਗਿਆ ਨਹੀਂ ਮੰਨਣਾ। तू तां एवें डरी जाना भाई, मैं पुछ के आउणा। किने बनाया है ओए? ਫੁੱਫੜ ਜੀ ਬੀਬੀ ਨੇ ਬਣਾਇਆ। ना ये कोई नून ना मिर्च ना मसाला ना ही कोई लेग पीस है। ਮੁਰਗੇ 'ਚ ਲੈਗ ਪੀਸ ਤਾਂ ਹੈ ਨਹੀਂ ਸੀ। ओए अनपढ़ो, लेग पीस मतलब लत्ता, होर मुर्गा फौड़िया ते तुरदा सी, लेके मैं से मारिया मेरे चक्कर चो। तू किवें आकड़े जाउना? नहीं 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 प्राहुणा जी, नहीं नहीं पापा मैं तो आप ही कहना आया सीगा। ना ਇਹਦੇ ਚ ਲੂਣ ਨਾ ਮਿਰਚ ਨਾ ਮਸਾਲਾ। ਕਿਹਨੇ ਬਣਾਇਆ ਓਏ? ਕਿੰਨੀ ਵਾਰ ਮਨਾ ਕਰਿਆ ਤੁਹਾਨੂੰ ਪਰੌਣਿਆ। ਮੈਂ ਆਪਣੇ ਹੱਥੀ ਮਸਾਲਾ ਰਗੜ ਕੇ ਭੁੰਨ ਕੇ ਕਰਾਰਾ ਜਿਹਾ ਬਣਾ ਕੇ ਉਹ ਲਿਆ। ਗੱਲ ਸੁਣੋ ਓਏ, ਉਹ ਇੰਨਾ ਵੀ ਮਸਾਲਾ ਨਾ ਪਾ ਦੀ ਸਵੇਰੇ ਮੈਨੂੰ ਔਖਾ ਹੋਣਾ ਪਵੇ। ਨਾਲੇ ਗੱਲ ਸੁਣੋ, ਪ੍ਰਾਹੁਣਾ ਆਇਆ ਘਰੇ ਕੋਈ ਜਿੰਨ ਥੋੜੀ ਆਇਆ ਜਿਹੜਾ ਕੋਈ ਨੇੜੇ ਨਹੀਂ ਲੱਗਦਾ। ਸਾਰਿਆਂ ਨੂੰ ਬੁਲਾਓ, ਬੈਠ ਕੇ ਇੱਥੇ ਗੱਲਾਂ ਬਾਤਾਂ ਮਾਰੀਏ ਆਪਾਂ। ਮੈਂ ਲਿਆਣਾ ਬਾਈ, ਮੈਂ ਸਾਰਿਆਂ ਨੂੰ ਲੈ ਕੇ ਆਉਣਾ। ਫੇਰ ਸ਼ੁਰੂ ਹੋ ਗਈ। ਆ ਰਹਿਣ ਦੋ ਸਾਰਿਆਂ ਨੂੰ ਬੁਲਾਉਣ ਨੂੰ, ਤੜਕਾ ਵੀ ਰਹਿਣ ਦੇ। ਮੈਂ ਪਿੰਡ ਨੂੰ ਚੱਲਦਾ। ਨਾ 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 ਕਿਉਂ 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 ਪ੍ਰਾਹੁਣਾ ਜੀ, ਮੈਨੂੰ ਦੱਸੋ ਕੀ ਹੋਇਆ, ਕੀ ਹੋਇਆ? ਨਾ ਹੁਣ ਸਪੀਕਰ ਨੂੰ ਜਾ ਕੇ ਮੈਂ ਦੱਸਾਂ ਵੀ ਸਰਦਾਰੇ ਕਰਤਾਰੇ ਦਾ ਪ੍ਰਾਹੁਣਾ ਆਇਆ ਹੋਇਆ, ਉਹਨੂੰ ਬਾਹਲਾ ਰੌਲਾ ਪਸੰਦ ਨਹੀਂ, ਵੀ ਤੂੰ ਬੰਦ ਹੋ ਜਾ। ਹੈ ਮੈਂ ਸਮਝ ਗਿਆ ਪ੍ਰਾਹੁਣਾ ਜੀ, ਮੈਂ ਸਮਝ ਗਿਆ। ਤੁਸੀਂ ਬੈਠੋ ਠੰਡੇ ਹੋ, ਸਪੀਕਰ ਤਾਂ ਮੈਂ ਹੁਣੇ ਬੰਦ ਕਰਾ ਕੇ ਆਇਆ। ਬੱਗੜਾ ਆ ਤਾਂ ਜਰਾ, ਆਜਾ ਆ ਜਾ। ਹੁਣੇ ਲੋ ਜੀ ਹੁਣੇ। ਓਏ ਤੁਹਾਨੂੰ ਕਿਹਾ ਤੁਹਾਡੀ ਆਵਾਜ਼ ਨਹੀਂ ਆਣੀ ਚਾਹੀਦੀ। ਸਾਡਾ ਫੁੱਫੜ ਆਇਆ, ਫੁੱਫੜ। ਸਾਡੀ ਵੀ ਮਜਬੂਰੀ ਹੈ ਬਾਈ ਜੀ, ਸਾਡਾ ਵੀ ਫੁੱਫੜ ਆਇਆ ਹੋਇਆ ਹੈ। ਆਣਾ ਮੁੰਡਿਓ, ਮੈਂ ਚੱਕ ਨੂੰ ਕੜੇ ਦੇ ਉੱਤੇ ਕੋਲਾ ਕਰਾ ਦੂੰ ਅਤੇ ਖੜੇ ਬੱਲੀਏ। ਮੈਨੂੰ ਲੱਗਦਾ ਅੱਜ ਆਪਣਾ ਫੁੱਫੜ ਵੀ ਇਹਨਾਂ ਤੋਂ ਥੱਪੜ ਖਾਊਗਾ। ਉਹ ਚੌਰਿਓ ਆ ਸੀ ਤੁਹਾਡਾ ਫੁੱਫੜ, ਨੱਕ ਡਬੋ ਕੇ ਮਰ ਜਾਓ ਕਿਤੇ ਸੀ। ਚੱਲ ਬੱਗੜਾ, ਇਹਨਾਂ ਨੇ ਅੱਡ ਲਹੂ ਪੀਤਾ। ਕਟਾਤਾ ਫੁੱਫੜ। ਬੇਬੇ ਰੋਟੀ ਪਾ ਦੇ, ਭੁੱਖ ਲੱਗੀ ਆ। ਨਾ ਪੁੱਤ, ਪਹਿਲਾਂ ਫੁੱਫੜ ਨੂੰ ਖਾਣ ਦੋ, ਫੇਰ ਤੁਹਾਡੀ ਵਾਰੀ ਹੈ। ਭਾਬੀ, ਫੁੱਫੜ ਤਾਂ ਉੱਤੇ ਬੈਠਾ ਜੱਕੜ ਮਾਰੀ ਜਾਂਦਾ, ਉਹਦਾ ਕੀ ਪਤਾ 12 ਵਜੇ ਤੱਕ ਨਾ ਖਾਵੇ। ਤੂੰ ਚੁੱਪ ਕਰ ਜਾ, ਕਿਤੇ ਮੈਂ ਤਾਂ ਚਿਮਟੇ ਨਾ ਖਾ ਲਈ। ਇਹ ਤਾਂ ਕੁਛ ਵੀ ਨਹੀਂ ਹਲੇ। ਲੋ ਇੱਕ ਹੋਰ ਸੁਣ ਲਓ। ਲੈ ਇੱਕ ਕਰੀ ਨਾ ਸਾਡੇ ਪਿੰਡ ਪਤਾ ਲੱਗ ਗਿਆ ਵੀ ਕਾਲੇ ਕੱਛੇ ਵਾਲਿਆਂ ਨੇ ਆਉਣਾ। ਅੱਛਾ ਹਾਂ, ਅਰਜਨ ਸਿੰਘ ਇੰਨਾ ਦਲੇਰ, ਐਡੀ ਦਲੇਰੀ ਸੀ ਮੇਰੇ ਚ, ਮੈਨੂੰ ਲੱਗਿਆ ਕਾਲੇ ਕੱਛਾਂ ਵਾਲੇ ਅਰਜਨ ਸਿੰਘ ਦੇ ਹੁੰਦੇ ਸਾਡੇ ਪਿੰਡ ਵੜ ਜਾਣਗੇ। ਅੱਛਾ, ਬਸ ਮੈਂ ਇਕੱਲੇ ਨਹੀਂ, ਬਿਨ ਦੱਸੇ ਨਾ ਜਾ ਕੇ ਸਾਡੇ ਪਿੰਡ ਨੂੰ ਲਾਂਘਾ ਸੀ ਇੱਕੋ ਹੀ, ਮੈਨੂੰ ਪਤਾ ਸੀ ਇੱਥੇ ਹੀ ਆਉਣਗੇ। ਅੱਛਾ ਮੈਂ ਜਾ ਕੇ ਮੋਟਰ ਤੇ ਬਹਿ ਗਿਆ ਦਾਤਰ ਲੈ ਕੇ, ਮੂੰਹ ਨੇਰੇ ਜੇ ਹੁੰਦੇ ਦੇਖਿਆ ਜਦੋਂ, ਕੱਲਾ ਕੱਲਾ ਕਰਕੇ ਪੂਰੇ 30 ਕਾਲੇ ਕੱਛਿਆਂ ਵਾਲੇ 30। ਓਏ ਇਹ ਫੁੱਫੜ ਕੱਲੂ ਵੀ ਰਹੂਗਾ ਕਿਆ? ਜੇ 4 ਦਿਨ ਹੋਰ ਰਹਿ ਗਿਆ ਆਪਾਂ ਨੂੰ ਤਾਂ ਰੋਟੀ ਨਹੀਂ ਖਾਂਦੇ ਨਹੀਂ, ਪਹਿਲਾਂ ਖੀਰ ਵਾਲਾ ਕੰਮ ਖਰਾਬ ਕਰਤਾ। ਬਸ ਫੇਰ ਕੀ, ਕੱਛੇ ਲਾ ਲਾ ਕੁੱਟੇ ਹੋ। ਕੱਲਾ ਬੰਦਾ
30 ਨੂੰ ਤਾਂ ਨਹੀਂ ਕੁੱਟ ਸਕਦਾ। ਚਲੋ ਮੈਂ ਫਿਰ ਪਿੰਡ ਨੂੰ ਚੱਲਦਾ ਹੈ। ਨਹੀਂ 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 ਪ੍ਰਾਹੁਣਾ ਨਾਰਾ ਸਾਨ ਬੰਦਾ ਹੈ, ਕੁੱਟ ਸਕਦਾ 30 ਨੂੰ ਕੁੱਟ ਸਕਦਾ, ਕੁੱਟੇ ਹੋਣਗੇ 30। ਹਾਂ 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 ਕੁੱਟ ਸਕਦਾ ਹੈ। ਬੱਗੜ ਸਿਆ 30 ਦੇ 30 ਕੱਚੇ ਅੱਜ ਵੀ ਸਾਡੀ ਮੋਟਰ ਵਾਲੀ ਟਾਲੀ ਤੇ ਟੰਗੇ ਪਹਿਨੇ ਜਾ ਕੇ ਗੰਡਾ। ਉਹ ਤੂੰ ਬਗੜਾ ਚੁੱਪ ਕਰ, ਤੈਨੂੰ ਪਤਾ ਕਿਆ ਅਜੇ? ਓਏ ਖਾ ਫੁੱਫੜਾ ਰੋਟੀ, ਭੁੱਖ ਬਹੁਤ ਲੱਗੀ ਐ। ਉਹ ਅਜੇ ਤੂੰ ਪ੍ਰਾਹੁਣੇ ਦੀਆਂ ਗੱਲਾਂ ਸੁਣੀਆਂ ਹੀ ਕਿੱਥੇ ਆ? ਪ੍ਰਾਹੁਣਾ ਤਾਂ ਸਾਡਾ ਬਹੁਤ ਦਲੇਰ ਹੈ। ਲੈ ਸੁਣ ਤੂੰ ਪ੍ਰਾਹੁਣਾ ਜੀ, ਉਹ ਰੇਲ ਗੱਡੀ ਵਾਲੀ ਗੱਲ ਸੁਣਾਓ, ਸਵਾਦ ਹੀ ਆ ਜੇ। ਬੜਾ ਦਲੇਰ ਸੀ, ਬੜਾ ਦਲੇਰ। ਲੈ ਰੇਲ ਗੱਡੀ ਵਾਲੀ ਸੁਣ ਲੈ ਭਾਈ। ਬਾਪੂ ਵੀ ਨਾ ਝੁੱਡੂ ਹੀ ਐ, ਚੰਗੀ ਬੜੀ ਬੁਰਕੀ ਤੋੜ ਲਈ ਸੀ। ਇਹ ਵੀ ਸਵਾਦ ਲੈਂਦੇ ਗੱਲਾਂ ਦਾ। ਓਏ ਹੋਏ ਹੋਏ, ਐਡੀ ਦਲੇਰੀ ਸੀ ਸਰਦਾਰਾ ਮੇਰੇ ਚ ਪਹਿਲਾਂ। ਲੋਕ ਅਰਜਨ ਸੋ ਕਰਦੇ ਸੀ ਉਦੋਂ। ਇੱਕ ਵਾਰੀ ਨਾ ਭਾਈ ਉਹੀ ਮਨ ਚ ਆਇਆ ਵੀ ਅੱਜ ਰੇਲ ਗੱਡੀ ਨਾਲ ਮੱਥਾ ਲਾਉਣੇ ਆ। ਅੰਨੇ ਸੀ ਵਾਜਾ ਰੇਲ ਗੱਡੀ ਨਾਲ ਮੱਥਾ ਲਾਈਏ। ਰੇਲ ਗੱਡੀ ਸਾਡੇ ਪਿੰਡ ਵਿੱਚ ਦੀ ਲੰਘਦੀ ਸੀ, ਬਸ ਫੇਰ ਕੀ ਸੀ, ਐਡੀ ਦਲੇਰੀ ਮਾਰੀ ਛਾਲ। ਲੈਣਾ ਦੇ ਵਿਚਾਲੇ ਖੜ ਕੇ ਮੱਥਾ ਅੜ ਕੇ ਸਾਨ ਬਣ ਕੇ ਉਧਰੋਂ ਗੱਡੀ ਆਵੇ, ਚੀਕਾਂ ਮਾਰਦੀ, ਧੂਆਂ ਛੱਡਦੀ, ਦਕਸ਼ਿਕ ਕਰਦੀ। ਅੱਛਾ ਇਧਰੋਂ ਅਰਜਨ ਸਿੰਘ ਖੜਾ ਇੱਥੇ ਐਨ ਸਾਨ ਬਣਿਆ, ਐਨ ਪੂਰਾ ਅੜ ਕੇ ਖੜ ਗਿਆ। ਮੈਂ ਜਦੋਂ ਵਿਚਾਲੇ ਬਸ ਉਹਦਾ ਕੂਕ ਤੇ ਕੂਕ, ਐਨ ਧੂਆਂ ਤੇ ਧੂਆਂ ਮਾਰੇ, ਭਜਾ ਲਈ ਉਹਨੇ। ਹੋਰ ਮੈਂ ਰੋਕਣੀ ਜ਼ਰੂਰ ਹੈ। ਬਸ ਫੇਰ ਕੀ, ਗੱਡੀ ਚੀਕ ਤੇ ਚੀਕ, ਧੂਏ ਤੇ ਧੂਆਂ, ਗੱਡੀ ਹੋਰ ਤੇ ਹੀ ਕਰ ਲਈ ਡਰਾਈਵਰ ਨੇ। ਬਸ ਮੈਂ ਵਿਚਾਲੇ ਅੜਿਆ ਖੜਿਆ, ਗੱਡੀ ਨੇੜੇ ਆਈ ਜਾਵੇ, ਗੱਡੀ ਹੋਰ ਤੇ ਮੈਂ ਹੋਰ ਅੜ ਜਾ। ਗੱਡੀ ਹੋਰ ਤੇ ਧੂਆਂ ਛੱਡੇ, ਚੀਕਾਂ ਮਾਰੇ। ਐ ਜਦੋਂ ਗੱਡੀ ਐ ਭੱਜੀ ਹੋਈ ਭਾਈ, ਨੇੜੇ ਆਈ ਜਦੋਂ ਮੇਰੇ, ਆਪਾਂ ਮਾਰੀ ਛਾਲ ਪਰ ਗੱਡੀ ਦੁਕਸ਼ੁਕ ਕਰਦੀ ਹੋ ਗਈ। ਐਡੀ ਦਲੇਰੀ ਸੀ ਮੇਰੇ ਚ। ਗੱਲ ਨਹੀਂ ਬਣੀ ਫੁੱਫੜ ਜੀ, ਇਹਦੇ ਚ ਦਲੇਰੀ ਵਾਲੀ ਕਿਹੜੀ ਗੱਲ ਸੀ? ਗੱਡੀ ਤੇ ਮੈਂ ਚੀਕਾ ਕਢਾਤੀਆਂ ਹੋਈਆਂ, ਦਲੇਰੀ ਹੋਣੀ ਇਹ ਚ। ਕਢਾਤੀਆਂ ਸਾਨ ਹੈ, ਪ੍ਰਾਹੁਣਾ ਹੈ, ਨਰ ਬੱਚਾ, ਕਢਾਤੀਆਂ ਚੀਕਾਂ ਹਾਂ ਹਾਂ ਕਰ ਸਕਦਾ ਬਈ। ਕੁਛ ਨਹੀਂ ਕਰ ਸਕਦੇ। ਅਰਜਨ ਸਿਆ ਉਹ ਫਸਲਬਾੜੀ ਦਾ ਕੀ ਹਾਲ ਚਾਲ ਹੈ? ਸਰਦਾਰਾ ਸਾਹਿਬ ਫਸਲ ਦਾ ਐਤਕੀ ਐ ਲਾਲਾ ਸਾਹਿਬ ਵੀ ਕਹਿੰਦੀ ਐ ਵੀ ਬੰਦਾ ਮਾਰਦੇ ਮੈਂ ਆਪੇ ਛਡਾਉਂ। ਬਹੁਤ ਘੈਂਟ ਗੱਲਬਾਤ। ਉਹ ਬੱਗੜਾ, ਉਹ ਬੱਗੜਾ, ਉਹ ਬੱਗੜਾ। ਹਾਂਜੀ ਫੁੱਫੜ ਜੀ। ਓਏ ਆ ਪੱਖੇ ਨੂੰ ਸਮਝਾਓ ਵੀ ਫੁੱਫੜ ਇੱਥੇ ਪਿਆ ਹੈ, ਇਹ ਕਿਤੇ ਹੋਰ ਹੀ ਘੁੰਮੀ ਜਾਂਦਾ ਹੈ। ਓਏ ਹੋਏ, ਉਹ ਫੁੱਫੜ ਜੀ ਹੁਣ ਪੱਖੇ ਨੂੰ ਕੀ ਪਤਾ ਕਿ ਤੁਸੀਂ ਸਾਡੇ ਫੁੱਫੜ ਹੋ? ਉਹ ਜੇ ਪੱਖੇ ਨੂੰ ਪਤਾ, ਤੁਹਾਨੂੰ ਤਾਂ ਪਤਾ ਨਾ ਮੈਂ ਤੁਹਾਡਾ ਫੁੱਫੜ ਹਾਂ। ਚੁੱਪ ਕਰਕੇ ਦਾ ਸਿਰ ਫੜ ਕੇ ਖੜ ਜਾ। ਜੇ ਕਿਤੇ ਫੁੱਫੜ ਰੁੱਸ ਕੇ ਨਾ, ਫਿਰ ਫੁੱਫੜ ਨਹੀਂ ਫੜਿਆ ਨਾ, ਤੈਨੂੰ ਦੱਸਾਂ ਮੈਂ। ਫੜ ਖੜੇ ਸੇ। ਬੀਬੀ ਮੱਛਰ ਲੜ ਜਾਂਦਾ, ਮੈਂ ਜਾ ਕੇ ਪੱਖੇ ਅੱਗੇ ਪੈ ਜਾ। ਪੁੱਤ ਮੱਛਰ ਲੜਿਆ ਤਾਂ ਫੇਰ ਸੂਤ ਆ ਜਾਊਗਾ, ਜੇ ਫੁੱਫੜ ਲੜ ਪਿਆ ਤਾਂ ਔਖਾ ਹੋ ਜਾਊਗਾ। ਤੂੰ ਸੌਂ ਜਾ ਮੇਰਾ ਪੁੱਤ, ਸੌਂ ਜਾ ਮੇਰੇ ਛੋਣੇ। ਚੰਗਾ ਜੇ ਨਹੀਂ ਨੀਂਦ ਆਉਂਦੀ ਤਾਂ ਆਪਾਂ ਗੱਲਾਂ ਕਰੀਏ। ਐਂ ਦੱਸ ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ? ਜਿਹੜਾ ਹਿਸਾਬ ਕਿਤਾਬ ਹੈ, ਮੈਂ ਤਾਂ ਫੁੱਫੜ ਹੀ ਬਣੂੰਗਾ। ਦੱਸ ਸੌਂ ਜਾ। ਇਹ ਮਾਟੋ ਮਾਟੋ ਸੁੱਤੀ ਤਾਂ ਨਹੀਂ ਨਾ, ਕੀ ਹੋਇਆ ਦੱਸ। ਦੇਖੀ ਸੁੱਖ ਲਈ ਵੀ ਮੇਰਾ ਰਿਸ਼ਤਾ ਕਦੇ ਨਾ ਹੋਵੇ। ਕਿਉਂ ਛੜੀ ਰਹਿਣਾ ਜਾਂ ਕਿਤੇ ਹੋਰ ਘਾਟੀ ਆ? ਤੂੰ ਪਾਗਲ ਤਾਂ ਨਹੀਂ ਹੋਗੀ? ਦੇਖੀ ਬਸ ਮੈਂ ਵਿਆਹ ਨਹੀਂ ਕਰਾਉਣਾ। ਦੇਖੀ ਪਾਲੀ ਐ ਨਾ ਕਰੀ, ਨਹੀਂ ਤਾਂ ਮੈਂ ਮਰ ਜੂ। ਕਿਉਂ? ਜੇ ਤੇਰਾ ਫਾਹਾ ਵੱਢਿਆ ਜਾਊਗਾ ਤਾਂ ਹੀ ਤਾਂ ਮੇਰੀ ਵਾਰੀ ਆਊਗੀ। ਕਮਲੀ ਜੀ ਨਾ ਹੋਵੇ ਤਾਂ ਸੋ ਜਾ ਚੁੱਪ ਕਰਕੇ। ਨੀਂਦ ਕਿੱਥੇ ਆਉਂਦੀ ਆ? ਬਸ ਹੋ ਗਿਆ ਠੀਕ ਹੈ। ਇੱਥੇ ਪਾ ਦੋ ਫੁੱਫੜ ਜੀ ਕਾਰਵਾਈ। ਆ ਜਾਓ ਫੁੱਫੜ ਜੀ, ਇਹ ਥਾਂ ਪੱਧਰ ਹੈ। ਉਹ ਤੁਸੀਂ ਇੱਥੇ ਖੜੇ ਕੀ ਕਰਦੇ ਹੋ? ਹੁਣ ਮੈਨੂੰ ਆਪਦੇ ਪੈਰਾਂ ਤੇ ਕਰਾਓਗੇ? ਚਲੋ। ਹਾਂਜੀ। ਉਹ ਗੱਲ ਸੁਣੋ, ਹਾਂਜੀ। ਆ ਪਾਣੀ ਤਾਂ ਫੜਾ ਜਾ ਮੈਨੂੰ। ਪਾਣੀ ਦਾ ਕੀ ਕਰਨਾ ਫੁੱਫੜ ਜੀ? ਉਹ ਇਹਦੇ ਨਾਲ ਹੱਥ ਧੋਣੇ ਨੇ, ਹੋਰ ਇਹਦੇ ਨਾਲ ਮੈਂ ਗਰਾਰੇ ਕਰਨੇ ਨੇ। ਰੱਖ ਲੈ। ਲਓ ਜੀ ਲਓ। ਮੇਰੀ ਗੱਲ ਸੁਣੋ, ਬਾਕਟ ਲੈ ਜਾ। ਗਾਹਾਂ ਵਾਲੀ ਬਾਰੀ ਪਾਣੀ ਤਾਂਬੇ ਦੀ ਗੜਬੀ ਹੋਣਾ ਚਾਹੀਦਾ, ਠੀਕ ਹੈ? ਸਿਹਤ ਲਈ ਚੰਗੀ ਹੁੰਦੀ ਹੈ। ਚਲੋ ਚਲੋ। ਇੱਕ ਤਾਂ ਫੁੱਫੜ ਨੇ ਜਾਨ ਲੈਣੀ ਕਰ ਰੱਖੀ ਹੈ। ਹਾਂ ਰੁਕੋ। ਓਏ
ਓਏ ਮੋਟਾ ਨੇ ਮੂਸ ਲੰਗੜੀਆ ਇੱਧਰ ਕਿੱਧਰ ਬੂਥਾ ਚੱਕਿਆ ਭੱਜ ਇੱਥੋਂ ਕਿਉਂ ਇੱਧਰ ਸਾਪਾ ਮੇਰਾ ਜ਼ੋਰ ਪੈ ਰਿਹਾ। ਓ ਇੱਧਰ ਬੂਫੜ ਦਾ ਵੀ ਜ਼ੋਰ ਪੈ ਰਿਹਾ ਓ ਤੂੰ ਤਾਂ ਨਹੀਂ ਥੁੱਕ ਲਾ ਕਿਉਂ ਮੈਂ ਤਾਂ ਆਉਂ ਮੈਂ ਸਾਲੇ ਦੇ ਬੱਟਾ ਮਾਰੂ ਬਾਗਾ ਨਹੀਂ ਜ਼ੋਰ ਵਾਲਾ। ਸਸੀ ਕਾਲ ਫੁੱਫੜ ਜੀ ਚਲੋ ਚਲੋ ਖੇਡੀਏ ਆਜਾ ਪ੍ਰਾਹੁਣੇ ਆਜਾ। ਉਹ ਲਿਆਓ ਰੋਟੀ ਲਿਆਓ ਵੀ ਕਰੀ। ਪਾਲੀ ਪਾਲੀ ਇੱਥੇ ਖੜੋ। ਬੱਗੜਾ ਉਹ ਬੱਗੜਾ ਹਾਂਜੀ ਫੁੱਫੜ ਜੀ। ਸਾਰੇ ਟੱਬਰ ਨੂੰ ਬੁਲਾ ਇੱਥੇ ਇੱਕ ਵਾਰੀ। ਬੀਬੀ ਮਾਸੀ ਇੱਥੇ ਆਇਓ, ਫੁੱਫੜ ਜੀ ਬੁਲਾਉਂਦੇ ਆ। ਆਓ ਭਾਈ ਇੱਕ ਮਿੰਟ ਉਰੇ ਆਓ, ਸਾਰੇ ਆਓ। ਨਾ ਤੁਸੀਂ ਸਾਰਾ ਟੱਬਰ ਰਾਤ ਦਾ ਮੂੰਹ ਸਜਾਈ ਫਿਰਦੇ ਹੋ। ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਪਤਾ ਹੀ ਲੱਗਦਾ? ਇਹ ਰਿਸ਼ਤੇ ਨੂੰ ਨਾ ਕਰਨੀ ਉਹ ਬਣਦੀ ਸੀ। ਉਹ ਮੁੰਡੇ ਵਾਲਿਆਂ ਦੇ ਪਿੰਡ ਦਾ ਤਹਿਸੀਲਦਾਰ ਮੇਰਾ ਲੰਗੋਟੀਆ ਯਾਰ ਹੈ। ਕੱਲ ਮੈਂ ਉਹਨੂੰ ਮਿਲਣ ਵਗ ਗਿਆ ਸੀ, ਤਾਂ ਹੀ ਇੱਥੇ ਆਉਂਦਾ ਲੇਟ ਹੋ ਗਿਆ। ਮੈਂ ਸਾਰੀ ਕਰਤੂਤ ਦੱਸਿਆ ਮੁੰਡੇ ਵਾਲਿਆਂ ਦੀ। ਮੁੰਡਾ ਇੱਕ ਨੰਬਰ ਦਾ ਨਸ਼ੇੜੀ ਹੈ। ਤੁਸੀਂ ਜਾ ਕੇ ਬਸ ਜ਼ਮੀਨ ਦੇਖ ਲਈ, ਸਰਕਾਰੀ ਨੌਕਰੀ ਦੇਖ ਲਈ, ਤੋੜ ਦੋ ਬਸ ਕੁੜੀ। ਉਹ ਕੁੜੀ ਨੇ ਜ਼ਿੰਦਗੀ ਜ਼ਮੀਨ ਨਾਲ ਜਾਂ ਨੌਕਰੀ ਨਾਲ ਨਹੀਂ ਕੱਢਣੀ ਹੁੰਦੀ। ਕੁੜੀ ਨੇ ਆਪਣੀ ਜ਼ਿੰਦਗੀ ਕੱਢਣੀ ਹੁੰਦੀ ਹੈ ਮੁੰਡੇ ਨਾਲ। ਮੁੰਡਾ ਦੇਖਣਾ ਚਾਹੀਦਾ। ਨਾਲੇ ਤੁਸੀਂ ਪਤਾ ਨਹੀਂ ਕਿਵੇਂ ਸੋਚ ਲਿਆ ਵੀ ਤੁਹਾਡਾ ਮਾੜਾ ਸੋਚਦਾ ਮੈਂ। ਉਹ ਤੁਸੀਂ ਉਹ ਮੇਰਾ ਟੱਬਰ ਹੋ। ਨਾਲੇ ਆ ਪੁੱਤ, ਨਾਲੇ ਤੁਹਾਨੂੰ ਪਤਾ ਮੇਰੇ ਕੋਈ ਧੀ ਪੁੱਤ ਨਹੀਂ ਹੈਗਾ। ਤੁਸੀਂ ਉਹ ਮੇਰੇ ਧੀਆਂ ਪੁੱਤ ਹੋ। ਪਾਲੀ ਤੁਸੀਂ ਦੇਖਦੇ ਰਹੋ, ਮੈਂ ਆਪਣੀ ਪਾਲੀ ਲਈ ਚੰਨਰ ਦਾ ਮੁੰਡਾ ਲੱਭੂਗਾ। ਚੰਨਰ ਦਾ ਤਮੀਜ਼ ਨਾਲ ਗੱਲ ਕਰ ਓਏ। ਸਾਲਾ ਕੀ ਹੁੰਦਾ? ਆ ਜਿਹੜਾ ਥੱਲੇ ਲੱਗਿਆ ਹੋਵੇ ਨਾ ਉਹੀ ਸਾਲਾ ਹੁੰਦਾ। ਹਾਂ ਓਏ ਆ ਗੌਰ ਨਾਲ ਦੇਖ ਲੈ, ਸਾਲਾ ਨਹੀਂ ਜੀਜਾ ਜੀਜਾ। ਕਿਉਂ ਕਦੇ ਕਦੇ ਜੀਜੇ ਨੂੰ ਜੀਜਾ ਟੱਕਰ ਜਾਂਦਾ। ਆ ਆਪਣੀ ਲੁੱਤਰ ਨੂੰ ਮੂੰਹ ਵਾਲੇ ਖੋਡੇ 'ਚ ਰੱਖ, ਨਹੀਂ ਜੀਭ ਖਿੱਚ ਕੇ ਨਾ ਗਿੱਟੇ ਨਾਲ ਲਪੇਟ ਦੂੰ ਮੈਂ। ਔਰ ਤੁਰ ਜਾ ਕਿਤੇ ਅਗਲੀ ਵਾਰੀ ਮੇਲਾ ਫੌੜੀਆਂ ਤੇ ਨਾ ਵੇਖਣ ਆਉਣਾ ਪਵੇ। ਮੈਨੂੰ ਲੱਗਦਾ ਮੁਰਗੇ ਤੋਂ ਪਹਿਲਾਂ ਆਪ ਦੇ ਖੰਭ ਪਟਾਉ। ਉਹ ਤੂੰ ਕਿਤੇ ਮੈਂ ਤੋਂ ਖੰਭ ਨਾ ਪਟਾ ਲਈ। ਐਡੀ ਹਿੰਮਤ ਹੈਗੀ ਤੇਰੀ? ਹਿੰਮਤ ਤਾਂ ਐਡੀ ਹੈ, ਜੇ ਕਿਤੇ ਮੈਂ ਆਪਣੀ ਆਈ ਤੇ ਆ ਗਿਆ ਨਾ, ਆ ਥੋੜੇ ਵਾਲਾ ਮੁਰਗਾ ਆਥਣੇ ਮੇਰੇ ਪਤੀਲੇ 'ਚ, ਤੇ ਤੁਸੀਂ ਦੋਏ ਜਾਣੇ ਹਸਪਤਾਲ 'ਚ ਹੋਵੋਗੇ। ਔਰ ਰਹਿਣ ਦੇ, ਕਿਤੇ ਤੂੰ ਪਤੀਲੇ ਤੇ ਤੇਰਾ ਮੁਰਗਾ ਹਸਪਤਾਲ ਨਾ ਪਿਆ ਹੋਵੇ। ਆਪਣਾ ਮੁਰਗਾ ਕੱਚ 'ਚ ਲਪੇਟ ਤੇ ਇੱਥੋਂ ਤੁਰਦਾ ਬਣ, ਕਿਤੇ ਮੇਰੇ ਤੋਂ ਧੌਣ ਤੇ ਨਾ ਖਾਲੀ ਆਪਦੀ। ਮੁਰਗੇ ਬਾਂਗਾ ਮਾਰਦੇ ਚੰਗੇ ਲੱਗਦੇ ਆ, ਲਲਕਾਰੇ ਮਾਰਦੇ ਨਹੀਂ। ਓਏ ਕਾਹਦਾ ਕੱਟ ਕੀਤਾ ਓਏ? ਤੁਰ ਫਿਰ ਕੇ ਮੇਲਾ ਦੇਖੋ ਕਿ ਦਿਖਾਵਾਂ ਆਪਣੇ ਹਿਸਾਬ ਨਾਲ। ਚਲੋ ਮੁੱਲ ਪੂਰਾ 650 ਰੁਪਇਆ। ਕਰੋ ਬਾਹ ਖੜੀ ਤੇ ਲਾਓ ਬੋਲੀ। ਮੇਰਾ 700 ਬਾਈ। 1500। ਉਹ ਵੇਖਿਆ ਸਰਦਾਰ ਦਾ ਜੇਰਾ, ਉਹ ਬੋਲੀ ਲੱਗੀ ਹੈ 1500। ਉਹ ਹੈਗਾ ਕੋਈ ਹੋਰ ਮਾਈ ਦਾ ਲਾਲ? ਉਹ 1501, 1502। ਮੇਰਾ 2100 ਰੁਪਇਆ। 3100, 4100, 5100। ਉਹ ਲੈ ਸਰਦਾਰ ਦਾ ਜੇਰਾ ਵੇਖੋ, ਉਹ ਬੋਲੀ ਭੱਖ ਗਈ ਹੈ, ਮੁੱਲ ਲੱਗ ਗਿਆ 5100 ਰੁਪਇਆ। ਉਹ ਹੈਗਾ ਕਿਸੇ ਹੋਰ ਚ ਜੇਰਾ? ਉਹ ਨਹੀਂ ਤਾਂ ਚੱਲਿਆ ਬਲਦ ਤੁਹਾਡੇ ਹੱਥੋਂ। 5101, 5102। ਉਹ ਮੇਰਾ 11000। ਕਾਕਾ ਬੋਲੀ ਦੇਖ ਕੇ ਲਾਈ ਹੁਣ।
ਕਿਤੇ ਬਾਪੂ ਘਰੇ ਨਾ ਵੜਨ ਦੇਵੇ। ਬਾਪੂ ਘਰੇ ਰੱਖੇ ਜਾਂ ਕੱਢੇ, ਬਲਦ ਮੈਂ ਹੀ ਲੈ ਕੇ ਜਾਊਂ, ਭਾਵੇਂ ਰੁਪਈਆ ਲੱਖ ਲੱਗ ਜੇ। ਅੱਛਾ, ਤੈਨੂੰ ਫਿਰ ਜੱਟ ਦੀ ਹਿੰਡ ਦਾ ਨਹੀਂ ਪਤਾ। ਮੂਰੇ ਵੀ ਜਾਤੀ ਆ। 21,000। ਮੇਰਾ 31,000। ਕੀ ਗੱਲ, ਠੰਡਾ ਹੀ ਪੈ ਗਿਆ? ਜੋਸ਼ ਮੁੱਕ ਗਿਆ ਕਿ ਪੈਸੇ ਮੁੱਕ ਗਏ? ਜੇ ਦਮ ਹੈ ਤਾਂ ਦੇ ਬੋਲੀ। ਬੋਲੀ ਤਾਂ ਮੈਂ ਬਾਅਦ ਚ ਦਊਂਗਾ, ਪਹਿਲਾਂ ਤੈਨੂੰ ਤੇਲ ਦੇ ਲਾ। ਚੰਗਾ ਹੋ ਗਿਆ ਛਡਾ ਲਿਆ, ਨਹੀਂ ਤਾਂ ਗੋਡੇ ਤੜਾ ਕੇ ਜਾਣੇ ਸੀ ਤੈਂ। ਨਾ ਫੇਰ ਕਿਹੜਾ ਮੁੱਲਾ ਮਰ ਗਿਆ ਜਾਂ ਰੋਜੇ ਮੁੱਕ ਗਏ? ਕਟਾ ਕਟੀ ਕਦੇ ਫੇਰ ਕੱਢ ਲਾਂਗੇ। ਜਿੱਥੇ ਮਰਜੀ ਜਦੋਂ ਮਰਜੀ। ਜੱਟ ਕੱਲਾ ਆਊਗਾ। ਕੱਲਾ ਨਹੀਂ, 4 ਬੰਦੇ ਨਾਲ ਲੈ ਕੇ ਆਈ ਜਿਹੜੇ ਤੈਨੂੰ ਚੱਕ ਕੇ ਲੈ ਜਾਣ। ਉਹ ਬਾਈ ਗੁੱਸਾ ਛੱਡ, ਹੁਣ ਘਰੇ ਪਹੁੰਚ ਗਏ। ਤੂੰ ਪਿੰਡ ਲੱਭ ਉਹਦਾ। ਉਹ ਤੂੰ ਫਿਕਰ ਕਿਉਂ ਕਰਦਾ? ਆਪਾਂ ਉਹਨੂੰ ਫੇਰ ਦੇਖ ਲਾਂਗੇ। ਓਏ ਆ ਗਏ ਪੁੱਤਰੋ, ਕਿਵੇਂ ਹੀ ਕਰਤਾ ਸੋਰਿਓ। ਉਹ ਸੱਚ ਬਲਦ ਨਹੀਂ ਲੈ ਕੇ ਆਏ? ਨਹੀਂ ਤਾਂ ਆਇਆ। ਕੀ ਗੱਲ, ਚੱਜ ਦਾ ਬਲਦ ਮਿਲਿਆ ਨਹੀਂ? ਬਲ ਤਾਂ ਲੱਭ ਗਿਆ ਸੀ, ਇੱਕ ਬੰਦਾ ਮਾੜਾ ਮੱਥੇ ਲੱਗ ਗਿਆ, ਖੈਬੜਬਾਜੀ ਹੋ ਗਈ। ਖੈਬੜਬਾਜੀ? ਵੇ ਪੁੱਤ ਤੂੰ ਠੀਕ ਤਾਂ ਹੈ? ਤੈਨੂੰ ਕਿੰਨੀ ਵਾਰੀ ਕਿਹਾ ਵੀ ਨਾ ਗੁੱਸਾ ਕਰਿਆ ਕਰ, ਨਾ ਲੜਿਆ ਕਰ, ਐਵੇਂ ਕੋਈ ਸੱਟ ਫੇਟ ਲੱਗ ਜੂਗੀ। ਉਹ ਬੇਬੇ ਤੈਨੂੰ ਪਤਾ ਤਾਂ ਹੈ, ਮੈਂ ਅੱਜ ਤੱਕ ਪਹਿਲ ਕੀਤੀ ਹੈ ਕਦੀ? ਬਾਈ ਤਾਂ ਕਿੱਥੇ ਲੜਦਾ ਜੀ, ਆ ਤਾਂ ਲੋਕ ਵਿੱਚ ਵੱਜਦੇ ਫਿਰਦੇ ਨੇ। ਉਹ ਸ਼ੇਰਾ ਇੰਨੀ ਉਮਰ ਹੋ ਗਈ ਮੇਰੀ, ਮੇਰੇ ਵਿੱਚ ਤਾਂ ਵੱਜਿਆ ਨਹੀਂ ਕੋਈ। ਅੱਛਾ ਕੌਣ ਸੀ ਉਹ? ਮੈਨੂੰ ਦੱਸ, ਕਿਹੜੇ ਪਿੰਡ ਦਾ ਸੀ? ਜਿੱਦਣ ਉਹਦਾ ਪਿੰਡ ਪਤਾ ਲੱਗ ਗਿਆ ਨਾ, ਐਸਾ ਹਾਲ ਕਰਾਂਗੇ ਕਈ ਪਿੰਡ ਖੜ ਖੜ ਦੇਖਣਗੇ, ਕਿਤੇ ਤਾਂ ਟੱਕਰੂ। ਬਾਈ ਕੰਮ ਕਰਦਾ ਤਾਂ ਕੋਈ ਫਿਕਰ ਹੀ ਨਹੀਂ, ਪਤਾ ਨਹੀਂ ਮੂੰਹ ਚੱਕ ਕੇ ਕਿੱਧਰ ਨੂੰ ਤੁਰ ਜਾਂਦੀ ਹੈ, ਪੁੱਛਣਾ ਨਹੀਂ ਦੱਸਣਾ ਨਹੀਂ। ਕੁੜੇ ਕਿੱਥੇ ਮਰ ਗਈ ਸੀ ਹੈ? ਉੱਤੋਂ ਇੰਨਾ ਹਨੇਰਾ ਹੋ ਗਿਆ, ਰੋਟੀ ਟੁੱਕ ਤਾਂ ਫੂਕ ਦੇ। ਉਹ ਮੈਂ ਗੁਰਦੁਆਰੇ ਗਈ ਸੀ। ਤੜਕੇ ਵੀ ਗੁਰਦੁਆਰੇ, ਹੱਥ ਨੇ ਵੀ ਗੁਰਦੁਆਰੇ, ਤੂੰ ਜਿੱਥੇ ਮਰਜੀ ਮੱਥੇ ਰਗੜ ਲਈ, ਤੇਰੇ ਕੁਛ ਨਹੀਂ ਹੋਣਾ। ਕਿੱਥੋਂ ਆ ਗਈ ਗਏ ਘਰ ਦੀ? ਨਹੀਂ ਤੂੰ ਨਹੀਂ ਜਵਾਕ ਦਾ ਮੂੰਹ ਦਿਖਾਉਂਦੀ? ਨਹੀਂ ਜੇ ਮੁੰਡਾ ਨਹੀਂ ਜੰਮਣਾ ਤਾਂ ਕੁੜੀ ਜੰਮ ਦੇ, ਘੱਟੋ ਘੱਟ ਮੈਂ ਤਾਂ ਨਿਆਣੇ ਦਾ ਮੂੰਹ ਦੇਖ ਲਾਂ। ਲੈ ਆ ਵੀ ਆ ਗਿਆ। ਦੇਖ ਵੇ, ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਹੋਰ ਵਿਆਹ ਕਰਾ ਲੈ, ਹੋਰ ਵਿਆਹ ਕਰਾ ਲੈ। ਨਾ ਕੀ ਕਰਾਉਣਾ ਬਹੇ ਤੋਂ ਪਹੁੰਚ ਕਿਸੇ ਥਾਂ ਦੀ। ਵੇ ਤੂੰ ਚੰਗਾ ਰਹੇਗਾ, ਕਰਾ ਲੈ ਵਿਆਹ ਹੋਰ। ਅੱਡੀ ਨਹੀਂ ਕਿਉਂ ਕਰ ਸਕਤੇ, ਚੁੱਕ ਰੱਖਿਆ ਤੂੰ? ਕੁਛ ਨਹੀਂ ਜੀ, ਮੈਂ ਤਾਂ ਕਹਿੰਦੀ ਸੀ ਰੋਟੀ ਪਾਵਾਂ। ਆਹੋ, ਹੁਣੀ ਆਪਦੀ ਨੂੰਹ ਨੂੰ ਚੂਰਮਾ ਖਵਾ ਕੇ ਹਟੀ ਐ, ਤੁਸੀਂ ਖਾਣਾ ਤਾਂ ਦੱਸ ਦੋ। ਬੂਥਾ ਭੰਦੂ ਜੇ ਦੁਬਾਰਾ ਮੇਰੀ ਨੌਂ ਨੂੰ ਕੁਛ ਆਖਿਆ ਤਾਂ। ਮੈਂ ਤਾਂ ਕਹਿੰਦੀ ਸੀ ਜੇ ਨਿਆਣਾ ਹੋ ਓਏ ਜੇ। ਕਮਲੀਏ, ਨਿਆਣੇ ਤਾਂ ਰੱਬ ਦੇ ਹੱਥ ਹੁੰਦੇ ਆ। ਨਹੀਂ ਜੀ, ਜਨਾਨੀ ਦੇ ਆਪਣੇ ਵੱਸ ਵੀ ਹੁੰਦਾ। ਮੈਂ ਨਹੀਂ ਜੰਮਿਆ ਸ਼ੇਰ ਵਰਗਾ, ਜੇ ਇਹਦੇ ਲਈ ਹੁੰਦਾ ਤਾਂ ਆਪਾਂ ਆਪਣੇ ਅਰਜਨ ਦਾ ਦੂਜਾ ਵਿਆਹ। ਇੱਥੇ ਹੀ ਚੁੱਪ ਕਰ ਜਾ, ਨਹੀਂ ਤਾਂ ਮਾਰੋ ਕਿੱਥੇ ਚ ਦੋ। ਜੇ ਆਪਣੇ ਅਰਜਨ ਨਾ ਹੋਇਆ ਹੁੰਦਾ, ਮੇਰੀ ਮਾਂ ਮੇਰਾ ਦੂਜਾ ਵਿਆਹ ਕਰ ਦਿੰਦੀ ਤਾਂ ਆਪਣੀ ਸੌਕਣ ਨੂੰ ਜਰ ਲੈਂਦੀ। ਜੇ ਦੁਬਾਰਾ ਇਹੋ ਜੀ ਗੱਲ ਕਹੀ ਨਾ, ਗਿੱਚੀ ਚ ਮਾਰੂੰਗਾ ਦੋ। ਚਾਹੀਦਾ ਨਿਆਣਾ ਇਹਨੂੰ ਮਾਰਦੀ ਗੱਲਾਂ। ਕਿਉਂ ਬੇਬੇ, ਬਾਹਰ ਨਵੀਂ ਨੂੰ ਉਹਦੇ ਸਿਰ ਦੇ ਉੱਤੋਂ ਦੀ ਪਾਣੀ। ਲੈ ਦੱਸ, ਉਹ ਕਮਲੀਏ, ਬੇਬੇ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ, ਉਹਨੂੰ ਤਾਂ ਆਦਤ ਹੈ ਬੋਲਣ ਦੀ। ਬੇਬੇ ਨਾ ਹਰ ਵਾਰ ਕਹਿੰਦੀ ਰਹਿੰਦੀ ਹੈ ਵਿਆਹ ਕਰਵਾ ਲਓ, ਵਿਆਹ ਕਰਵਾ ਲਓ। ਮੈਨੂੰ ਮਾਫ ਕਰਿਓ, ਮੈਂ ਤੁਹਾਨੂੰ ਨਾ ਔਲਾਦ ਨਹੀਂ ਦੇ ਸਕੀ। ਮੇਰੀ ਗੱਲ ਮੰਨੋ, ਤੁਸੀਂ ਨਾ ਸੱਚੀ ਵਿਆਹ ਕਰਾ ਹੀ ਲਓ। ਠੀਕ ਹੈ, ਫਿਰ ਜੇ ਤੇਰੀ ਵੀ ਆਹੀ ਮਰਜ਼ੀ ਹੈ, ਨਾਲੇ ਪੁੰਨ ਨਾਲੇ ਫਲੀਆਂ, ਫਿਰ ਵਿਆਹ ਕਰਾ ਲੈਨੇ ਆਪਾਂ। ਫਿਰ ਐਂ ਕਰਾਂਗੇ, ਆ ਅੰਦਰ ਵਾਲੇ ਕਮਰੇ 'ਚ ਅਸੀਂ ਸੌਂ ਜਾ ਕਰਾਂਗੇ, ਤੈਨੂੰ ਬਾਹਰ ਕਲੀ ਨੀਂਦ ਆ ਜਾ ਕਰੂਗੀ। ਫਿਰ ਆ ਤੇਰੇ ਗਹਿਣੇ ਗੱਟੇ ਵੀ ਆਪਾਂ ਉਹਨੂੰ ਦੇ ਦਾਂਗੇ। ਜਦੋਂ ਆਪਣੇ ਗੋਰੇ ਗੋਰੇ ਕੂਲੇ ਹੱਥਾਂ ਨਾਲ ਪੂਣੀ ਕਰਾਇਆ ਕਰੂਗੀ ਨਾ ਖਿੱਚ ਕੇ, ਕਿੰਨਾ ਨਜ਼ਾਰਾ ਆਊਗਾ।
मैं भी कमला ही हाँ ਜਿਹੜਾ ਬੇਬੇ ਦੀ ਗੱਲ ਨਹੀਂ ਮੰਨਦਾ। ਜੇ ਮੈਂ ਵਿਆਹ ਕਰਾ ਲਾਂ ਨਾਲੇ ਬੇਬੇ ਖੁਸ਼ ਉਤੋਂ ਤੂੰ ਖੁਸ਼ ਮੈਂ ਖੁਸ਼ ਨਾਲੇ ਆ ਘਰ ਨੂੰ ਵਾਰਸ ਮਿਲ ਜੂਗਾ ਹੈ ਨਾ ਬਈ। ਉਹ ਕਮਲੀ ਹੈ ਅਜੇ ਦੇਖ ਲੈ ਮੈਂ ਵਿਆਹ ਦੀ ਗੱਲ ਹੀ ਕੀਤੀ ਹੈ ਤੈਂ ਆਹ ਹੱਲ ਕਰ ਲਿਆ। ਸੋਚ ਜੇ ਕਿਤੇ ਮੈਂ ਸੱਚੀ ਵਿਆਹ ਕਰਾ ਲਿਆ ਤੂੰ ਤਾਂ ਮਰਜੀ ਨਹੀਂ। ਆ ਜਨਮ ਤੱਕ ਹੀ ਭਾਵੇਂ 7 ਜਨਮ ਦੀ ਬਾਤ ਨਾ ਹੋਵੇ ਮੈਂ ਤੈਨੂੰ ਤਾਂ ਵੀ ਛੱਡ ਕੇ ਨਹੀਂ ਜਾਂਦਾ। ਮੈਨੂੰ ਪਤਾ ਤੈਨੂੰ ਬੇਬੇ ਤੰਗ ਕਰ। ਹਾੜੇ ਮੁੜ ਚੱਲਦੇ ਆ। ਇੰਨੇ ਵੱਡੇ ਮੇਲੇ 'ਚ ਕਿਤੇ ਨਹੀਂ ਦਿਖਣਾ ਤੇਰਾ ਸ਼ਿੰਦਾ। ਤੂੰ ਚੁੱਪ ਕਰਕੇ ਆ ਜਾ, ਰੌਲਾ ਨਾ ਪਾਈ, ਚੱਲ ਇੱਥੇ ਹੀ ਹੋਣਾ ਕਿਸੇ ਲੰਗਰ ਵਿੱਚ। ਜੇ ਕਿਸੇ ਨੇ ਬਾਪੂ ਨੂੰ ਦੱਸਤਾ ਆਪਣੀ ਤਾਂ ਗੁੱਤ ਪੱਟੂ। ਬਾਪੂ ਨੂੰ ਦੱਸ ਕੇ ਤਾਂ ਆਏ ਆ, ਹੁਣ ਚੱਲ। ਬਾਪੂ ਨੂੰ ਤਾਂ ਐਂ ਦੱਸ ਕੇ ਆਇਆ ਕਿ ਮੇਲਾ ਦੇਖਣ ਚੱਲੇ ਆ। ਇਹ ਤਾਂ ਨਹੀਂ ਦੱਸ ਕੇ ਆਇਆ ਕਿ ਲੰਗਰ 'ਚ ਬੈਠੇ ਸ਼ਿੰਦੇ ਨੂੰ ਦੇਖਣ ਆਇਆ। ਤੂੰ ਚੁੱਪ ਕਰ, ਚੱਲ। ਤੈਨੂੰ ਡਰ ਨਹੀਂ ਲੱਗਦਾ? ਡਰ ਕੇ ਮਿਲਣ ਦਾ ਸਵਾਦ ਹੀ ਕੁਝ ਹੋਰ ਹੈ। ਨਾਲੇ ਤੈਨੂੰ ਕੀ ਪਤਾ, ਤੈਨੂੰ ਪਿਆਰ ਹੀ ਨਹੀਂ ਹੋਇਆ ਕਿਸੇ ਨਾਲ। ਆ ਕਿੰਨੇ ਦੀ ਹੈ? ਆ ਗਿਆ। ਕੌਣ, ਸ਼ਿੰਦਾ? ਨਹੀਂ, ਤੇਰਾ ਬਾਪੂ ਮੇਰਾ ਚਾਚਾ ਆ ਗਿਆ। ਚੱਲ ਚਲੀਏ, ਛੇਤੀ ਭੱਜ। ਲੈ ਬਈ ਬਾਈ ਜੀ ਇਹ ਘਰੇ ਆਏ ਪਿੰਡ ਮੁੰਡੇ ਦੀ 10 ਪਾਈ ਹੈ ਆਪਣੀ ਪਾਲੀ ਖਾਤਰ। ਮੈਂ ਕਿਹਾ ਪ੍ਰਾਹੁਣੇ ਨੂੰ ਬਾਰ-ਬਾਰ ਤੰਗ ਕਾਹਨੂੰ ਕਰਨਾ ਹੈ, ਕਰਤਾਰ ਸਿਆ ਆਪਾਂ ਹੀ ਚੱਲਦੇ ਆਂ। ਹੋਰ ਸਰਦਾਰ ਸਾਹਿਬ ਨਾਲੇ ਬੈਰ ਚੰਗਾ ਥੋੜੀ ਲੱਗਦਾ। ਤੁਸੀਂ ਦੀਵਾ ਲੈ ਕੇ ਵੀ ਸਾਰਾ ਮੁਲਕ ਗਾ ਦੋਗੇ ਨਾ, ਤੁਹਾਨੂੰ ਐਡਾ ਛਾਊ ਮੁੰਡਾ ਨਹੀਂ ਮਿਲਣਾ। ਜੇ ਇਦੋਂ ਛਾਊ ਮੁੰਡਾ ਮਿਲ ਗਿਆ ਮੈਨੂੰ ਚੌਂਕ 'ਚ ਖੜੇ ਨੂੰ ਗੋਲੀ ਮਾਰ ਦਿਓ। ਸਰਦਾਰ ਜੀ ਮੁੰਡੇ ਨੂੰ 17 ਕਿੱਲੇ ਤਾਂ ਜ਼ਮੀਨ ਆਉਂਦੀ ਆ ਜੀ। ਮੈਂ ਤਾਂ ਕਹਿੰਦਾ ਜੀ ਪਾਦਾ ਨਾ ਪੁੱਛੋ, ਚੁੱਪ ਕਰਕੇ ਤੁਸੀਂ ਇਸ ਰਿਸ਼ਤੇ ਨੂੰ ਹਾਂ ਕਰ ਦਿਓ ਜੀ। ਬਸ ਆਈ ਹਾਂ ਕਰਨ ਨੂੰ ਜ਼ੋਰ ਪਾਈ ਜਾਂਦੇ ਨੇ ਮੈਨੂੰ। ਉਹ ਬਾਈ ਜੀ ਜਿੰਨਾ ਕੁ ਦੱਸਿਆ ਮੁੰਡੇ ਬਾਰੇ ਮੈਨੂੰ ਸਾਰਾ ਕੁਝ ਲੋਟ ਹੈ। ਮੈਂ ਤਾਂ ਕਹਿੰਦਾ ਜੀ ਛੇਤੀ ਤੋਂ ਛੇਤੀ ਰੁਪਈਆ ਹੱਥ ਤੇ ਧਰ ਦੋ। ਇਹੋ ਜਿਹੇ ਮੁੰਡੇ ਮਿਲਦੇ ਨਹੀਂ ਹੁੰਦੇ ਜੀ। ਮੁੰਡਾ ਤਾਂ ਹੀਰਾ ਹੈ ਜੀ, ਹੀਰਾ। ਓਏ ਉਹ ਤਾਂ ਠੀਕ ਆ, ਪਰ ਇਹ ਤਾਂ ਦੱਸੋ ਇਹ ਹੀਰਾ ਹੈ ਕਿਹੜੇ ਪਿੰਡ ਦੀ ਖਾਨ 'ਚ? ਆਪਣੇ ਤਲਵੰਡੀ। ਸਾਬੋ ਕੀ? ਉੱਥੇ ਤਾਂ ਮੇਰਾ ਫੌਜੀ ਯਾਰ ਗੁਰਮੁਖ ਤੋਂ ਰਹਿੰਦਾ। ਫਿਰ ਤਾਂ ਬਣ ਗਈ ਜੀ ਗੱਲ। ਉਸੇ ਦਾ ਤਾਂ ਸਕਾ ਭਤੀਜਾ ਜੀ ਉਹ। ਅੱਛਾ ਹਾਂਜੀ, ਫਿਰ ਤਾਂ ਮੇਰੇ ਵੱਲੋਂ ਹਾਂ ਸਮਝੋ। ਲੈ ਹੋ ਗਈਆਂ ਵਧਾਈਆਂ। ਨਾਲੇ ਛਾਡੇ ਬਾਰੇ ਤੁਹਾਨੂੰ ਪਤਾ ਹੀ ਹੈ, ਰੋਟੀ 2 ਵੇਲੇ ਦੀ ਘੱਟ ਖਾ ਲਈਏ ਪਰ ਕਦੇ ਮਾੜੇ ਰਿਸ਼ਤੇ ਨੂੰ ਹੱਥ ਨਹੀਂ ਪਾਇਆ ਅੱਛੀ। ਗੁਰਮੁਖ ਸਿੰਘ ਦੀ ਡਿਊਟੀ ਮੇਰੇ ਨਾਲ ਬਾਰਡਰ ਤੇ ਸੀ। ਅਸੀਂ 9 ਸਾਲ ਇਕੱਠੇ ਰਹੇ ਹਾਂ। ਮੈਂ ਤਾਂ ਕਈ ਵਾਰ ਉਹਨਾਂ ਦੇ ਘਰ ਵੀ ਗਿਆ ਵਾਂ। ਸਰਦਾਰ ਤੇ ਨੇਕ ਬੰਦਾ ਆ। ਜੇ ਗੁਰਮੁਖ ਸਿੰਘ ਦਾ ਭਤੀਆ ਨਾ ਫਿਰ ਤਾਂ ਗੱਲ ਪੱਕੀ ਆ। ਲਓ ਯਾਰ ਦੱਸਿਓ ਵੀ ਆ ਗਈ। ਲੱਗਦਾ ਰੱਬ ਨੂੰ ਰਿਸ਼ਤਾ ਮਨਜ਼ੂਰ ਹੈ। ਸਤਿ ਸ੍ਰੀ ਅਕਾਲ ਅਰਜਨ ਸਿੰਘ। ਆਓ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਈ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਓਏ ਆ ਕਿੱਥੋਂ ਆ ਗਿਆ? ਬੈਠੋ, ਆਓ ਬੈਠੋ ਜੀ। ਲੈ ਵੀ ਅਰਜਨਾ, ਤੂੰ ਆਪਣੀਆਂ ਪਤੀਆਂ ਦੀ ਫਿਕਰ ਕਰਦਾ ਸੀ ਨਾ ਵੀ ਕੋਈ ਚੰਗਾ ਘਰ ਮਿਲ ਜੇ। ਸਮਝ ਲਾ ਤੇਰਾ ਫਿਕਰ ਲੱਥ ਗਿਆ। ਇਹ ਮੇਰੇ ਯਾਰ ਗੁਰਮੁਖ ਸਿੰਘ ਦੇ ਭਤੀਏ ਦਾ ਰਿਸ਼ਤਾ ਲੈ ਕੇ ਆਏ ਆ ਆਪਣੀ ਪਾਲੀ ਲਈ। ਜੇ ਕਹੋ ਤਾਂ ਪ੍ਰਾਹੁਣੇ ਦੀ ਝਾਤ ਮਰਾ ਦੀ ਮੁੰਡੇ ਕੰਨੀ। ਆਹੋ ਪ੍ਰਾਹੁਣੇ ਤੋਂ ਪੁੱਛ ਲਓ, ਪ੍ਰਾਹੁਣੇ ਦੇ ਪਿਓ ਤੋਂ ਨਾ ਪੁੱਛਿਓ। ਜੇ ਬਾਪੂ ਜੀ ਨੇ ਮੋਹਰ ਲਾਤੀ ਤਾਂ ਬਸ ਫਿਰ ਠੀਕ ਹੀ ਹੋਣਾ। ਨਾਲੇ ਆਪਾਂ ਲੈਣ ਦੇਣ ਦੀ ਗੱਲ ਕਰ। ਉਹਦਾ ਤੂੰ ਫਿਕਰ ਨਾ ਕਰ। ਜੇ ਹਾਂ ਕਰਤੀ ਹੈ ਨਾ ਵਿਆਹ ਪੂਰਾ ਗੱਡਮਾ ਕਰਾਂਗੇ। ਕਿਉਂ ਵੀ? ਬਿਲਕੁਲ ਗੱਡਮਾ ਕਰਾਂਗੇ। ਫਿਰ ਹੁਣ ਕਰੋ ਮੂੰਹ ਮਿੱਠਾ। ਹੁਣ ਕਰੋ ਵਿਆਹ ਦੀ ਤਿਆਰੀਆਂ। ਲਓ ਜੀ ਪ੍ਰਾਹੁਣਾ ਸਾਹਿਬ, ਲਓ ਜੀ ਸਰਦਾਰ ਸਾਹਿਬ, ਲਓ ਬਾਪੂ ਜੀ। ਦੱਸ ਫਿਰ ਜੀਜੇ ਦਾ ਕੀ ਨਾਮ ਆ? ਹੱਥੇ ਪਾਦਾ। ਨਾ ਨਾ ਪ੍ਰਾਹੁਣੇ ਦਾ ਨਾਂ ਨਾ ਪਾਈ, ਤੇਰਾ ਫੁੱਫੜ ਗੁੱਸਾ ਕਰ ਜੂ। ਲੈ ਫਿਰ ਕੀ ਪਾਵਾਂ? ਹਾਂ ਤਾਂ ਫੁੱਫੜ ਹੀ ਪਾ ਦੇ ਨਾ। ਪਾਲੀ, ਪਾਲੀ ਆ ਦੇਖ, ਮੁਰਦੀ ਗੱਡੀ ਲਈ ਕਿਹੜਾ ਸੂਟ ਠੀਕ ਹੈ, ਨੀਲਾ ਜਾਂ ਤੋਤੇ ਰੰਗਾ?
ਆ ਤੋਤੇ ਰੰਗਾ ਮੈਨੂੰ ਜ਼ਿਆਦਾ ਸੋਹਣਾ ਲੱਗਿਆ। ਹਾਂ ਮੈਨੂੰ ਵੀ ਇਹੀ ਸੋਹਣਾ ਲੱਗਿਆ। ਹਾਂ ਮੈਨੂੰ ਵੀ ਇਹੀ ਸੋਹਣਾ ਲੱਗਿਆ। ਉਹ ਗੱਲ ਸੁਣੋ, ਆ ਤੋਤੇ ਰੰਗਾ ਰਹਿਣ ਦੋ। ਸਹੁਰੇ ਕਹਿਣਗੇ ਅਸੀਂ ਕੁੜੀ ਭੇਜੀ ਸੀ, ਮੁੜਦੀ ਗੱਡੀ ਨੂੰ ਤੋਤਾ ਭੇਜਤਾ। ਆ ਨੀਲਾ ਠੀਕ ਆ, ਆ ਫੁਲਕਾਰੀ ਵਾਲਾ ਇਹ ਠੀਕ ਹੈ। ਆ ਚੰਗਾ ਵੀ ਚੰਗਾ। ਹਾਂ ਫਿਰ ਨੀਲਾ ਹੀ ਰੱਖ ਦੇ। ਉਹ ਆ ਕੀ? ਤੂੰ ਤਾਂ ਸੱਚੀ ਹੋਈ ਫੁੱਫੜ ਪਾਤਾ। ਤੇ ਹੋਰ ਕੀ? ਮੈਂ ਹੱਥੋਂ ਕਿਹਾ ਨਾ ਨਾ ਲਾਈ ਨਾ ਸ਼ਗਨਾਂ ਦੀ ਮਹਿੰਦੀ ਹੈ। ਨੀ ਕੁੜੀਓ ਆ ਜਾਓ, ਗਿੱਧਾ ਗੁੱਧਾ ਪਾ ਲਈਏ। ਚਲੋ ਚਲੋ ਆਪਾਂ ਵੀ ਚੱਲੀਏ। ਚੱਲ ਨੀ ਮੈਟੋ ਛੇਤੀ ਚੱਲ। ਬੋਲੀਆਂ ਦਾ ਪਾਉ ਜੱਟ ਮੀਲੇ ਗਲਾ। ਬਰਾਤ ਆਉਣ ਵਾਲੀ ਹੈ, ਕੰਮ ਜਲਦੀ ਖਿੱਚ ਕੇ ਰੱਖੋ। ਹੱਥ ਚਲਾਓ ਜਲਦੀ ਜਲਦੀ ਸਾਰੇ। ਆਓ ਜੀ ਛੋਟੇ ਸਰਦਾਰ ਜੀ, ਆ ਲੱਡੂ ਖਾ ਕੇ ਦੱਸੋ, ਫਿਰ ਦੱਸੋ ਕਿਸ ਤਰ੍ਹਾਂ ਦੇ ਬਣੇ ਨੇ। ਠੀਕ ਹੈ। ਮਿੱਠਾ ਲੱਡੂ। ਉਹ ਲੱਡੂ ਤਾਂ ਮਿੱਠੇ ਹੀ ਹੁੰਨੇ ਆ ਸਰਦਾਰ ਸਾਹਿਬ। ਮੈਂ ਤੈਨੂੰ ਕਦੋਂ ਕਹਿ ਵੀ ਨੂਣ ਕਰਾਰੇ ਹੁੰਦੇ ਆ? ਗੱਲ ਸੁਣ ਲੈ ਭੜੋਲਾ ਜਾ ਮੇਰੀ ਇੱਕ। ਚੁੱਪ ਕਰਕੇ ਮਿੱਠਾ ਘੱਟ ਕਰਦੇ, ਸਾਡੇ ਫੁੱਫੜ ਨੂੰ ਜਮਾ ਪਸੰਦ ਨਹੀਂ ਮਿੱਠਾ। ਕੱਟ ਕਰ ਮਿੱਠਾ। ਠੀਕ ਹੈ ਜੀ। ਬਰਾਤ ਆ ਗਈ ਓਏ, ਬਰਾਤ ਆ ਗਈ, ਬਰਾਤ ਆ ਗਈ। ਉਹ ਬਰਾਤ ਆ ਗਈ। ਓਏ ਆ ਫੁੱਫੜ ਦੇ ਚੱਕਰ 'ਚ ਕਿਤੇ ਆਪਣੀ ਬਰਾਤ ਨਾ ਰਸਾ ਲੈਣ। ਬਹੁਤ ਮੁਬਾਰਕਾਂ ਦੋਨਾਂ ਟੱਬਰਾਂ ਨੂੰ। ਲਓ ਜੀ ਹੁਣ ਆਪਾਂ ਮਿਲਣੀ ਦੀ ਰਸਮ ਸ਼ੁਰੂ ਕਰਦੇ ਹਾਂ। ਸਰਦਾਰ ਜੀ ਇਹ ਨੇ ਜੀ ਮੁੰਡੇ ਦੇ ਬਾਪੂ ਜੀ ਤੇ ਇਹ ਨੇ ਜੀ ਕੁੜੀ ਦੇ ਬਾਪੂ ਜੀ। ਆ ਜਾਓ ਕਰਾਈਏ ਮਿਲਣੀ। ਇਹ ਆ ਲਓ ਜੀ। ਇਹ ਲਓ ਜੀ ਸਾਰਿਆਂ ਨੂੰ ਮੁਬਾਰਕਾਂ ਜੀ। ਬਈ ਛੁੱਟੀਆਂ ਮੁਬਾਰਕਾਂ। ਬਈ ਜੱਫੀ ਠੋਕੋ। ਆਉਣਿਆ ਜੱਫੀ ਆ ਲੈ। ਇਹ ਨੇ ਜੀ ਮੁੰਡੇ ਦੇ ਚਾਚਾ ਜੀ। ਆਜੋ ਸਰਦਾਰ ਜੀ। ਬੜੇ ਟਾਈਮ ਬਾਅਦ ਮਿਲੇ ਯਾਰ ਬਣ ਕੇ ਤਾਂ ਬਥੇਰੀ ਯਾਰ ਮਿਲੇ ਆ। ਅੱਜ ਨਾ ਕੁੜਮ ਬਣ ਕੇ ਜੱਫੀ ਪਾਉਨੇ ਆ। ਲਓ ਜੀ ਸਰਦਾਰ ਜੀ ਬਹੁਤ ਬਹੁਤ ਵਧਾਈਆਂ। ਤੈਨੂੰ ਵੀ ਵਧਾਈਆਂ। ਚਲੋ ਬਈ ਨਿਪੜ ਗਈਆਂ ਮਿਲਣੀਆਂ। ਹੁਣ ਐ ਕਰੋ ਬਈ ਚਲੋ ਆਜੋ ਕਰਾ ਪਤੌੜਾ ਨੂੰ ਹੋ ਜੀਏ। ਕਰਤਾ ਜਾ ਕੋਈ ਐਡੀ ਛੇਤੀ ਕਿੱਥੇ ਪਤੌੜਾ ਵੱਲ ਨੂੰ ਹੋ ਲੋ। ਕੀ ਹੋਇਆ? ਫੁੱਫੜ ਤਾਂ ਰਹਿ ਗਿਆ। ਇਹਦੇ ਬਿਨਾ ਛੱਡਦਾ ਨਹੀਂ। ਇਸੇ ਨੇ ਤਾਂ ਛਾਂ ਪਾਉਣੀ ਆ। ਖੜ ਜਾਓ ਕਾਲੀ ਨਾ ਕਰੋ। ਪਤੌੜਾ ਨੂੰ ਕਾਲੀ ਨਾ ਕਰੋ, ਹਲੇ ਫੁੱਫੜ ਦੀ ਮਿਲਣੀ ਰਹਿੰਦੀ ਹੈ। ਆਓ ਜੀ ਫੁੱਫੜ ਜੀ। ਆਓ ਜੀ ਆਓ ਫੁੱਫੜ ਜੀ ਆਓ। ਲਓ ਜੀ ਇਹ ਆ ਗਏ ਕੁੜੀ ਦੇ ਫੁੱਫੜ, ਇਹ ਮੁੰਡੇ ਦਾ ਫੁੱਫੜ। ਮਾਫ ਕਰਨਾ ਸਰਦਾਰ ਸਾਹਿਬ, ਸਾਡੇ ਵਾਲੇ ਪਾਸੇ ਫੁੱਫੜ ਹੈ ਹੀ ਨਹੀਂ। ਹੈ ਨਹੀਂ? ਉਹ ਫਿਰ ਮੈਨੂੰ ਧੁੱਪੇ ਡੋਕੇ ਲੈਣ ਨੂੰ ਖੜਾ ਕੀਤਾ ਇੱਥੇ। ਨਹੀਂ ਜੇ ਹੁਣ ਫੁੱਫੜ ਹੈ ਨਹੀਂ ਜੀ, ਇਹ ਦੱਸੋ ਸਾਡਾ ਕੀ ਕਸੂਰ ਹੈ? ਨਾ ਹੁਣ ਕਸੂਰ ਵੀ ਮੈਂ ਦੱਸਾਂ? ਅੱਛੀ ਦੱਸ ਜਾਾਂਗੇ ਜੀ। ਕਿਸੇ ਹੋਰ ਦੀ ਕਰਾ ਲਓ ਜੀ। ਹਾਂ ਕਿਸੇ ਹੋਰ ਦੀ ਕਰਾ ਦਿਓ। ਮਲ ਹੋਏਗਾ। ਓਏ ਆ ਬਈ ਮਲ ਜਾ। ਆ ਜਾ ਆਵਾ ਚੱਲ ਬਈ। ਇਹ ਕੌਣ ਹੈ? ਮੁੰਡੇ ਦਾ ਮਾਛੜ ਮੱਲ ਛਿਓ। ਨਹੀਂ ਮੈਂ ਨਹੀਂ ਕਰਨੀ ਮਿਲਣੀ। ਕਿਉਂ? ਇਹ ਮੈਨੂੰ ਬੰਦਾ ਹੀ ਨਹੀਂ ਜੱਜਿਆ। ਜੱਚਿਆ ਤਾਂ ਮੈਨੂੰ ਵੀ ਨਹੀਂ ਸੀ, ਮਾਸੀ ਤਾਂ ਜੱਚਿਆ ਸੀ। ਇੱਕ ਮਿੰਟ ਰਿਹਾ। ਮੰਨ ਗਏ। ਉਰੇ ਬੁਲਾਓ। ਲਓ ਜੀ ਲਓ ਜੀ। ਆ ਕੰਬਲ ਵੇਚ ਕੇ ਕੁਝ ਖਾ ਲਈ ਹੈ। ਚਲੋ ਸ਼ਾਬਾਸ਼। ਕੋਈ ਨਹੀਂ ਹੁਣ ਪਤੌੜਾ ਵੱਲ ਨੂੰ ਹੋ ਲੋ। ਹਾਂ ਪਤੌੜਾ ਵੱਲ ਨੂੰ ਹੋ ਲੋ ਸਾਰੇ ਆ ਜਾਓ। राजा क्यों सपना में आकर रात काली कर जावे है, सुबह होते ही क्यों गुम हो जावे, आंखें खोलो या बंद मन तू दिख जावे है, जिसने भी देखो मन तू नजर आवे। क्यों सपना में आकर रात काली कर जावे है, सुबह होते ही क्यों गुम हो जावे, आंखें खोलो या बंद मन तू दिख जावे है, जिसने भी देखो मन तू नजर आवे। जिस दिन तू मिली मैं लठ गाड़ दूंगा, बेबी बोले की कसम तेरा रानी बना दूंगा, देख काली कार मारे काले लिवाजा, दिल मना कोट बेबी का मारे साफ है।
का मारे सुत रहे हैं सिखा मन बचपन ते अपनी मात है बहन बेटिया की इज्जत मन करनी कोई बैरी न करे धरती ता हम था देंगे टोर हरियाणा ते देसी मारी बोली है जय हरियाणा वर्ल्ड वाइड पहुंचाना है बोलने का हाथ साथ देखिए तो रहना था तो अन्ना तू चलो हड़े अन्ने हुए फिरते ने पकड़ा ओ पकड़ा जी ऊपर जी मैं बराचों की तंग तो नहीं कर रहा नहीं ऊपर जी अच्छा ऐ करो फिर भी एक दो फेंट दो और फेंटना क्यों ऊपर जी ये तो बड़े गऊ बंदे ने इदू पहला गऊ ਸਿੰਘਾਂ ਤੇ ਚੱਕੇ ਇਹਨਾਂ ਨੂੰ ਠੱਠੇ ਸਮਝ ਕੇ ਇੱਕ ਦੂਰ ਨੂੰ ਫੈਂਟ ਦੇ ਜਾ ਕਿਉਂ ਕੁੜੀ ਵਾਲਿਆਂ ਦਾ ਡਰ ਬਣਿਆ ਰਹਿੰਦਾ ਆਪਣੀ ਕੁੜੀ ਨੂੰ ਤੰਗ ਨਹੀਂ ਕਰਨਗੇ ਚੱਲ ਤੂੰ ਫੈਂਟ ਦੇ ਜਾ ਕੇ ਫੁੱਫੜ ਜੀ ਓ ਫੁੱਫੜ ਜੀ ਆਇਓ ਤੁਹਾਨੂੰ ਜੀਜਾ ਜੀ ਬੁਲਾਉਂਦੇ ਨੇ ਕੀ ਹੋ ਗਿਆ ਤੇਰੇ ਜੀਜੇ ਨੂੰ ਉਹ ਛੇਤੀ ਆ ਜਾਓ ਜੀਜਾ ਜੀ ਕਹਿੰਦੇ ਮੈਂ ਫੁੱਫੜ ਜੀ ਨਾਲ ਹੀ ਚਾਹ ਪੀਉ ਨਾ ਮੈਂ ਤੇਰੇ ਜੀਜੇ ਦੇ ਮੂੰਹ ਨੂੰ ਕੇਤਲੀ ਲਾਉਣੀ ਉਹਨੂੰ ਕਾ ਪੀ ਲਾ ਪੀ ਆ ਜਾਓ ਫੁੱਫੜ ਜੀ ਤੂੰ ਕਹਿ ਦੇ ਇੱਕ ਵਾਰੀ ਜਾ ਕੇ ਉਹਨੂੰ ਪਰਾਉਣਿਆ ਚੱਲੀ ਗਿਰਾ ਤੈਨੂੰ ਚੰਨ ਬੁਲਾਉਂਦਾ ਕੀ ਹੋ ਗਿਆ ਉਹ ਆ ਜਾਓ ਕਿਰਾ ਚਲੋ 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 ਉਹ ਲਿਆਓ ਬਈ ਸਾਰੇ ਬੈਠੇ ਨੇ ਕੁਝ ਖਾਣ ਪੀਣ ਨੂੰ ਦਿਓ ਛੇਤੀ ਲਿਆਓ ਆਗੇ ਬਸ ਜੀਜਾ ਜੀ ਤੁਸੀਂ ਸਾਡੀ ਭੈਣ ਨੂੰ ਲੈ ਕੇ ਤਾਂ ਚੱਲਿਓ ਪਰ ਸਾਡਾ ਨਾ ਜੀ ਨਹੀਂ ਲੱਗਣਾ ਜੇ ਤੁਹਾਡਾ ਜੀ ਨਹੀਂ ਲੱਗਣਾ ਫਿਰ ਤੁਸੀਂ ਵੀ ਨਾਲ ਹੀ ਚੱਲੋ ਨਾਲੇ ਹੋਰ ਦੱਸੋ ਕਿਹਦਾ ਨਹੀਂ ਲੱਗਣਾ ਨਾਲ ਹੀ ਲੈ ਚੱਲਦੇ ਆ ਲੈ ਫੁੱਫੜ ਜੀ ਆ ਗਏ ਹੁਣ ਗੁਲਾਬ ਜਾਮੁਨ ਖਾਵਾਂਗੇ ਬੈਜੋ ਕਾਕਾ ਜੀ ਐਦੂ ਸਾਊ ਮੁੰਡਾ ਲੱਭਣਾ ਕਹਿੰਦਾ ਜਿੰਨਾ ਚਿਰ ਫੁੱਫੜ ਜੀ ਨਹੀਂ ਆਉਂਦੇ ਕੁਝ ਨਹੀਂ ਖਾਣਾ ਗੁਲਾਬ ਜਾਮਣੇ ਤੁਸੀਂ ਆਪੇ ਖਾ ਲਓ ਮੈਨੂੰ ਥੋੜਾ ਕੰਮ ਹੈ ਮੈਂ ਉਹ ਕਰਕੇ ਆਇਆ ਹਾਂ ਫੁੱਫੜ ਜੀ ਪਹਿਲਾ ਗੁਲਾਬ ਜਾਮਨ ਤਾਂ ਤੁਹਾਡੇ ਹੱਥੋਂ ਖਾਣਾ ਕਿਉਂ ਜੀ ਹਾਂ ਬਣਦਾ ਆਜੋ ਪਰ ਖਾਣਾ ਤੁਹਾਨੂੰ ਆਪਣੇ ਹੱਥਾਂ ਨਾਲ ਪੈਣਾ ਮੇਰੇ ਹੱਥ ਗੰਦੇ ਨੇ ਤੂੰ ਆਪੇ ਖਾ ਲੈ ਹਾਂ ਫੁੱਫੜ ਜੀ ਗੱਲ ਤਾਂ ਪਿਆਰ ਦੀ ਹੱਥਾਂ 'ਚ ਕੀ ਰੱਖਿਆ ਖਵਾਓ ਇਸ ਮੌਕੇ ਤੇ ਫੋਟੋ ਤਾਂ ਜ਼ਰੂਰ ਬਣਦੀ ਹੈ ਨਾ ਫੋਟੋਗ੍ਰਾਫਰ ਕਿੱਥੇ ਆ ਕੈਮਰਾਮੈਨ ਆ ਜਾ ਬਈ ਆ ਜਾ ਥੋੜਾ ਜਿਹਾ ਹੱਸ ਕੇ ਫੁੱਫੜ ਜੀ ਫੁੱਫੜ ਜੀ ਥੋੜਾ ਜਿਹਾ ਹੋਰ ਫੁੱਫੜ ਜੀ ਤੂੰ ਐ ਕਰ 3-4 ਚੁਟਕਲੇ ਸੁਣਾ ਦੇ ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚਦੀ ਲੱਗਿਆ ਫੋਟੋ ਦਾ ਫੋਟੋ ਚਲਾ ਖਿੱਚ ਫੋਟੋ ਫੁੱਫੜ ਜੀ ਹੋਰ ਗੱਲਾਂ ਦੀਆਂ ਗੱਲਾਂ ਕੋਟ ਬਹੁਤ ਜੱਚ ਰਿਹਾ ਹੈ ਬਲੈਕ ਤੋਂ ਮੰਗਵਾਇਆ ਹੈ ਇਹ ਆਮ ਬੰਦੇ ਦੀ ਹੈਸੀਅਤ ਤੋਂ ਬਾਹਰਲੀਆਂ ਗੱਲਾਂ ਨੇ ਕਾਕਾ ਅਫਸਰ ਬੰਦੇ ਨੇ ਕਿਤੋਂ ਵੀ ਮੰਗਵਾ ਸਕਦੇ ਨੇ ਬਿਲਕੁਲ ਜੀ ਕਹੋ ਫੁੱਫੜ ਜੀ ਮੇਰਾ ਮੂੰਹ ਤਾਂ ਅਜੇ ਵੀ ਖੁੱਲਾ ਆਜੋ ਜੀ ਆਜੋ ਮੈਂ ਸਾਫ ਬਲੈਤੀ ਕੋਟ ਲਿਬੜ ਗਿਆ ਫੁੱਫੜ ਜੀ ਸਾਰੀ ਪੱਟੀ ਬੇਸ ਕਰਤੀ ਜੀਜਾ ਜੀ ਉਹ ਨਵੇਂ ਪੁਰਾਣੇ ਤੋਂ ਨਾ ਅਚਾਨਕ ਪਲੇਟ ਛੁੱਟ ਗਈ ਆਜੋ ਸਾਫ਼ ਕਰਦਾ ਮੈਂ ਧੋਣਾ ਆਜੋ ਉਹ ਤੂੰ ਪਰਾਂ ਹਟ ਹੋਰ ਲਬੇੜੀ ਜਾਂਦਾ ਜਾ ਕੇ ਪਰੌਣੇ ਨੂੰ ਸਾਂਭ ਮੈਂ ਸਾਹਮਣਾ ਜੀਜਾ ਜਾਣਦਾ ਇਹ ਤਾਂ ਬਾਪੂ ਜੀ ਨੇ ਹਾਂ ਕਰਤੀ ਮੈਂ ਤਾਂ ਚੁੱਪ ਹਾਂ ਨਹੀਂ ਤਾਂ ਅੱਜ ਬਰਾਤ ਦਰਾਂ ਚੋਂ ਰੰਗ ਚਿੱਠੀ ਵਾਂਗੂ ਬੋਲੇ ਅੱਛਾ ਜੀ ਅਸੀਂ ਕਮਲੇ ਆ 150 ਦੀ ਜੁੱਤੀ ਤੇ ਚਾਹੀਦਾ 500 ਹੁਣ ਅਸੀਂ 500 ਲੈਣਾ ਤਾਂ ਲੈਣਾ ਕਿਉਂ ਹਾਂ ਫੁੱਫੜ ਜੀ 500 ਤਾਂ ਅਸੀਂ ਲਵਾਂਗੇ ਠੀਕ ਹੈ ਫਿਰ ਤੁਸੀਂ ਨੰਗੇ ਪੈਰੀ ਜਾਓ ਉਹ ਚੱਕ ਕੇ ਲੈ ਜਾਾਂਗੇ ਫੁੱਫੜ ਜੀ ਆ ਗਏ ਜਿੰਨਾ ਫੁੱਫੜ ਜੀ ਕਹਿ ਦੇਣਗੇ ਨਾ ਜੁੱਤੀ ਚਕਾਈ ਦਾ ਉਹਨਾਂ ਹੀ ਦੇ ਦੇਾਂਗੇ ਦੱਸੋ ਫੁੱਫੜ ਜੀ ਅੱਛਾ ਜੁੱਤੀ ਚਕਾਈ ਦੇ ਪੈਸੇ ਮੰਗੀ ਜਾਂਦੇ ਨੇ ਕੁੜੀਆਂ ਕੁੜੀ ਐ ਕਰੋ ਕੋਈ ਪੈਸਾ ਨਹੀਂ ਲੈਣਾ ਕਈ ਵਾਰੀ ਬੰਦੇ ਕੋਲੇ ਹੁੰਦੇ ਹੀ ਨਹੀਂ ਲੈਣੇ ਅਸੀਂ ਕਿਉਂ ਨਹੀਂ ਅਸੀਂ ਤਾਂ 500 ਹੀ ਲੈਣਾ ਉਹ ਫੁੱਫੜ ਜੀ ਪੈਸੇ ਤਾਂ ਇੰਨੇ ਆ ਕਿ ਬੱਕਰੀ ਨਹੀਂ ਖਾਂਦੀ
ਤੁਸੀਂ ਦੱਸੋ ਕਿੰਨੇ ਦੇਣੇ ਆ, ਆਪਾਂ ਉਹਨੇ ਦੇ ਦੇਣੇ। ਅੱਛਾ ਜੇ ਇੰਨੇ ਫਿਰ ਕਿੰਨੇ ਕੀ ਚਾਕੇ ਸਾਰੇ ਫੜਾ ਕੁੜੀਆਂ ਨੂੰ। ਚਲੋ ਕੁੜੀਓ ਐਸ਼ ਕਰੋ, ਚਲੋ ਚਲੋ ਚਲੋ। ਕਿਉਂਕਿ ਅਜੇ ਤਾਂ ਬਸ ਸ਼ੁਰੂਆਤ ਆ, ਅੱਗੇ ਅੱਗੇ ਦੇਖਿਓ ਬਣਦਾ ਕੀ ਆ। ਲਾ ਦੂੰਗਾ ਫੁੱਫੜ ਦੀ ਕੁਛ ਐ ਹੁੰਦੀ ਆ। ਚੰਗਾ ਫੁੱਫੜ ਜੀ, ਤੁਸੀਂ ਬਹੁਤ ਪਿਆਰ ਕਰਦੇ ਹੋ। ਮੈਂ ਕਿਹਾ ਜੀ ਰੋਟੀ ਲਿਆਈਏ। ਓਏ ਖਾ ਲੈਣਾ ਰੋਟੀ, ਕਿਤੇ ਭੱਜੀ ਚੱਲੀ ਆ, ਕਿਤੇ ਰੋਜ਼ ਰੋਜ਼ ਬੈਠਣਾ ਅਗੇ ਰੋਟੀ ਲਿਆਈਏ। ਬਸ ਬਾਈ ਧਿਆਨ ਨਾਲ। ਅੱਜ ਤਾਂ ਸਾਲੀ ਦਾਰੂ ਵੀ ਦੂਣੀ ਚੜੀ ਜਾਂਦੀ ਹੈ। ਮੇਰਾ ਭਾਈ ਅੱਜ ਬੜਾ ਖੁਸ਼ ਹੈ। ਓਏ ਹੋਈਏ ਨਾ, ਜੱਟ ਪੁੱਤ ਵਿਆਹ ਕੇ ਲਿਆਇਆ। ਲੈ ਬਾਹ ਖੁੱਲਿਆ ਤਾਂ ਇੱਕ। ਨਾ ਬਸ ਬਾਈ, ਆਪਣੀ ਕੱਟ ਤਾਂ ਹੁਣ ਭੁੱਲਾਂ ਤੇ ਹੈ। ਤੁਸੀਂ ਬੈਠੋ। ਤੇਰੀ ਮਰਜ਼ੀ, ਅੱਜ ਤਾਂ ਬੈਠਾਂਗੇ ਬਈ। ਲੈ ਵੀ ਜਾਗਰਾ ਤੈਨੂੰ ਪਾਵਾਂ ਫਿਰ। ਮੁੰਡਿਓ ਜ਼ਿਆਦਾ ਨਾ ਪੀਓ। ਹਾਂਜੀ 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 ਬਾਪੂ ਜੀ। ਬਾਪੂ ਦਾ ਆਪ ਟੱਲੀ ਹੈ। ਪਰ ਭਾਈ ਤੂੰ ਤਾਂ ਸੋਫੀ ਹੈ, ਤੂੰ ਜਾ। ਰਹਿ ਨਾ ਹੋਵੇ ਭਾਬੀ ਪਹਿਲੇ ਦਿਨ ਰੁੱਸ ਜੇ, ਉਰੇ ਤਾਂ ਸਾਰੀ ਰਾਤ ਆਹੀ ਖਾਣਾ ਚੱਲਣਾ। ਹਾਂ ਯਾਰ, ਤੁਹਾਨੂੰ ਤਾਂ ਬੋਤਲ ਦੇ ਕੇ ਮਨਾ ਲੂੰਗਾ, ਉਹ ਔਖੀ ਮੰਨੂਗੀ। ਆਹੋ ਮੈਂ ਜਾਂਦਾ ਬਾਈ। ਓਏ ਪਹਿਲੇ ਦਿਨ ਹੀ ਭਾਬੀ ਦਾ ਹੋ ਗਿਆ, ਬੋਤਲ ਤਾਂ ਦੇ ਜਾ। ਹਾਏ ਮੈਂ ਮਰ ਗਈ। ਮੈਂ ਤੁਸੀਂ ਤੁਸੀਂ ਵੀ ਸੋਚ ਰਹੇ ਹੋਣੇ ਹੋ ਨਾ ਕਿ ਇਹੋ ਜਿਹੀ ਕੁੜੀ ਨਾਲ ਵਿਆਹ ਤਾ ਜਿਹੜੀ ਪਹਿਲੀ ਰਾਤੀ ਸੌ ਗਈ। ਤੇ ਹੋਰ ਕੀ, ਐਵੇਂ ਸਾਰਾ ਟੱਬਰ ਰੌਲਾ ਪਾਈ ਜਾਂਦਾ ਵੀ ਕੁੜੀ ਬਹੁਤ ਸੋਹਣੀ ਆ। ਹਾਂਜੀ ਪਰ ਤੂੰ ਤਾਂ ਠੀਕ ਠੀਕ ਹੀ ਆ। ਹਾਂ, ਮੈਨੂੰ ਵੀ ਸਾਰਿਆਂ ਨੇ ਇਹੀ ਕਿਹਾ ਸੀ ਕਿ ਪ੍ਰਾਹੁਣਾ ਬਹੁਤ ਸੋਹਣਾ, ਪਰ ਕੀ ਪਰ ਤੁਸੀਂ ਸੋਹਣੇ ਨਹੀਂ, ਭਾਲੇ ਸੋਹਣੇ ਹੋ। ਤੁਹਾਨੂੰ ਪਤਾ, ਜਦੋਂ ਵੀ ਮੇਰੀ ਸਹੇਲੀਆਂ ਹੱਥ ਜੋੜ ਕੇ ਦੇਖਦੀਆਂ ਸੀ ਨਾ, ਤੇ ਸਾਰਿਆਂ ਦੇ ਹੱਥਾਂ 'ਚ ਚੰਨ ਬਣਦਾ ਸੀ, ਪਰ ਮੇਰੇ ਕਦੇ ਨਹੀਂ ਸੀ ਬਣਦਾ। ਫਿਕਰਾਂ 'ਚ ਤਾਂ ਮੈਂ ਇਹੀ ਸੋਚ ਲਿਆ ਕਿ ਮੈਨੂੰ ਸੋਹਣਾ ਪ੍ਰਾਹੁਣਾ ਨਹੀਂ ਮਿਲਣਾ, ਪਰ ਮੈਨੂੰ ਕੀ ਪਤਾ ਸੀ ਕਿ ਚੰਨ ਹੱਥ ਦੀਆਂ ਲਕੀਰਾਂ 'ਚ ਨਹੀਂ, ਮੱਥੇ ਦੀਆਂ ਤਕਦੀਰਾਂ 'ਚ ਹੁੰਦਾ ਹੈ। ਚੱਲ ਤੂੰ ਸੌ ਜਾ। ਤੁਸੀਂ ਗੁੱਸੇ ਹੋ ਗਏ? ਪਿਆਰ ਨਾਲ ਕਹਿ ਰਿਹਾ, ਤੂੰ ਸੌ ਜਾ। ਵਿਆਹ 'ਚ ਥੱਕ ਗਈ ਹੋਏਗੀ, ਨਾਲੇ ਗੱਲ ਇੱਕ ਰਾਤ ਦੀ ਥੋੜਾ ਆ, ਇਹ ਤਾਂ ਉਮਰਾਂ ਦੇ ਸਾਥੀ ਆ। 3-4 ਜਨਮ ਤਾਂ ਜੜਦੇ ਚਾਅ 'ਚ ਹੀ ਲੰਘ ਜਾਣੇ ਆ। ਮੇਰੇ ਮੋਢੇ ਤੇ ਸਿਰ ਰੱਖ ਕੇ ਸੌਂ ਜਾ।
ਲਓ ਜੀ ਹੁਣ ਚਾਹ ਪੀਓ। ਐ ਨਾ ਕਰੋ ਜੀ ਤੁਸੀਂ, ਸਾਰਾ ਵਿਆਹ ਤਾਂ ਤੁਸੀਂ ਮੂਰੇ ਹੋ ਕੇ ਕੀਤਾ। ਲਓ ਹੁਣ ਨਵੇਂ ਕੱਪੜੇ ਪਾਓ ਤੇ ਤਿਆਰ ਹੋ ਜਾਓ। ਪਾਲੀ ਨੇ ਮੁੜਦੀ ਗੱਡੀ ਵੀ ਆਉਣਾ। ਨਾ ਮੁੜਮੀ ਗੱਡੀ ਨੂੰ ਉਹਦੀ ਗੱਡੀ ਥੱਲੇ ਮੈਂ ਆਪਣਾ ਸਿਰ ਦੇ ਦਾਂ ਜਾਂ ਉਹਦੀ ਗੱਡੀ ਉਤੋਂ ਦੀ ਭਾਂ ਸਿੱਟਣੀ ਆ ਮੈਂ? ਆਉਣਾ ਉਹਨੇ ਮੁੜਦੀ ਗੱਡੀ ਨੂੰ। ਹਾਂ ਕੁੜੇ, ਹੁਣ ਦੱਸ ਕੀ ਗੱਲ ਆ ਪੁੱਤਰ? ਕੁਝ ਨਹੀਂ ਬਾਪੂ ਜੀ, ਉਹ ਪਾਲੀ ਤੇ ਉਹਦੇ ਪ੍ਰਾਹੁਣੇ ਨੇ ਮੁੜਦੀ ਗੱਡੀ ਆਣਾ ਸੀ ਤੇ ਜਾ ਹੀ ਨਹੀਂ ਰਹੇ। ਕਿਉਂ ਓਏ, ਤੂੰ ਜਾ ਕਿਉਂ ਨਹੀਂ ਰਿਹਾ? ਨਾਲੇ ਮੈਂ ਵੇਖ ਰਿਹਾ ਜਿੱਦਣ ਦਾ ਤੂੰ ਵਿਆਹ ਤੋਂ ਮੁੜਿਆ ਨਾ, ਥੋੜਾ ਤੜਿੰਗ ਜਿਹਾ ਲੱਗਦਾ। ਗੱਲ ਕੀ ਆ? ਬਾਪੂ ਜੀ ਉਹ ਮੇਲੇ 'ਚ ਇੱਕ ਨਾਲ ਮੇਰੀ ਖੈਬੜਬਾਜੀ ਨਹੀਂ ਹੋ ਗਈ ਸੀ ਜੀ? ਹਾਂ, ਆ ਪਾਲੀ ਦਾ ਵਿਆਹ ਉਹਦੇ ਨਾਲ ਹੀ ਹੋਇਆ। ਵੇਖ ਅਰਜਨ ਪੁੱਤ, ਹੁਣ ਤਾਂ ਵਿਆਹ ਹੋ ਗਿਆ। ਕਈ ਵਾਰੀ ਜਾਣੇ ਅਣਜਾਣੇ 'ਚ ਨਾ ਗਲਤੀ ਹੋ ਹੀ ਜਾਂਦੀ ਆ। ਚਲੋ ਮੰਨਿਆ ਬਾਪੂ ਜੀ ਵੀ ਮੇਲੇ 'ਚ ਜਾਣੇ ਅਣਜਾਣੇ ਨਾਲ ਗਲਤੀ ਹੋ ਗਈ। ਉਹਨੇ ਤਾਂ ਮੇਰਾ ਵਿਆਹ ਦੇਖਣਾ ਤੋਂ ਉੱਪਰ ਕੀਤਾ ਪਿਆ। ਮੀਸਣਾ ਉਹ ਮੀਸਣਾ। ਫੇਰ ਤੂੰ ਕੀ ਡਰ ਕੇ ਘਰ ਵੜ ਕੇ ਬਹਿ ਜਾਏਗਾ? ਦੱਸ। ਦੇਖ ਅਰਜਨ ਪੁੱਤਰ, ਜਿਵੇਂ ਤੂੰ ਉਸ ਘਰ ਦਾ ਪ੍ਰਾਹੁਣਾ ਹੈ ਨਾ, ਉਹ ਵੀ ਉਸ ਘਰ ਦਾ ਜਵਾਈ ਆ। ਜੇ ਰਿਸ਼ਤੇਦਾਰ ਮਾੜਾ ਹੋਵੇ ਨਾ ਤੇ ਗੱਲ ਸਾਂਭੀ ਦੀ ਹੁੰਦੀ ਆ, ਖਲਾਰਾ ਨਹੀਂ ਪਾਈਦਾ, ਨਹੀਂ ਤਾਂ ਰਿਸ਼ਤਿਆਂ 'ਚ ਦਰਾੜ ਪੈ ਜਾਂਦੀ ਆ ਪੁੱਤਰ। ਮੈਂ ਤਾਂ ਸਾਂਭ ਲੂ ਬਾਪੂ ਜੀ, ਪਰ ਜੇ ਉਹ ਨਾ ਸਾਂਭੇ ਫੇਰ? ਜੇ ਅਗਲਾ ਨਾ ਸਾਂਭੇ ਤਾਂ ਫੇਰ ਤੂੰ ਫੌਜੀ ਦਾ ਪੁੱਤਰ ਆ। ਮਾਰ ਬਾਂਦਰ ਵੱਟ ਤੇ। ਜੀਜਾ ਜੀ ਆ ਗਏ। ਆਓ ਜੀਜਾ ਜੀ ਆਓ। ਮੈਂ ਠੀਕ ਆ, ਤੂੰ ਦੱਸ? ਆ ਫੁੱਫੜ ਜੀ। ਹੋਰ ਤੇਰੀ ਸੱਸ ਕਿਵੇਂ ਸੀ ਕੁੜੇ? ਬਿਲਕੁਲ ਠੀਕ ਆ ਤਕੜੀ ਹੋਣੀ ਆ, ਪੁੱਤ ਜੋ ਵਿਆਹਿਆ। ਖੜ ਜਾ ਜੀਜਾ ਜੀ, ਇੱਥੇ ਨਾ ਬੈਠੋ। ਮੈਂ ਤੁਹਾਨੂੰ ਸਾਰੇ ਕਿਉਂ ਇਹਦੇ ਮੇਖ ਨਿਕਲੀ ਆ ਜਿਹੜੀ ਕੱਪੜੇ ਪਾੜ ਦੂ? ਮੇਖ ਤਾਂ ਨਹੀਂ ਨਿਕਲੀ ਹੋਈ, ਪਰ ਇੱਥੇ ਜੇ ਕੋਈ ਬਹਿ ਜੇ ਨਾ, ਫੁੱਫੜ ਘਰੋਂ ਜ਼ਰੂਰ ਨਿਕਲ ਜਾਂਦਾ। ਅੱਛਾ, ਫਿਰ ਤਾਂ ਇੱਥੇ ਬੈਠਾਂਗੇ। ਫੁੱਫੜ ਜੀ ਆ ਗਏ, ਫੁੱਫੜ ਜੀ ਆ ਗਏ। ਸਤਿ ਸ਼੍ਰੀ ਅਕਾਲ ਫੁੱਫੜ ਜੀ। ਸਤਿ ਸ਼੍ਰੀ ਅਕਾਲ ਭੂਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪ੍ਰਾਹੁਣਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਫੁੱਫੜ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਪੁੱਤ? ਸਤਿ ਸ਼੍ਰੀ ਅਕਾਲ। ਰੁੱਸ ਗਿਆ ਭਾਈ। ਕੀ ਗੱਲ, ਲੱਤਾਂ 'ਚ ਸਰੀਆ ਪਿਆ ਹੋਇਆ? ਧੌਣ ਚਾਹ। ਕੋਈ ਨਾ, ਕੱਢ ਦਾਂਗੇ। ਹੋਰ ਚੰਨ ਪੁੱਤ ਜੀ ਠੀਕ ਹੋ? ਹਾਂਜੀ ਹਾਂਜੀ ਹਾਂਜੀ। ਫੁੱਫੜ ਜੀ ਨਹੀਂ ਠੀਕ ਲੱਗਦੇ। ਉਹ ਮੈਨੂੰ ਕੋਈ ਕੁਰਸੀ ਪੀੜੀਓ ਲਿਆ ਦੋ ਤੇ ਬਹਿ ਜਾ। ਮੈਂ ਇੱਟੀ ਲਿਆ ਦੋ ਤੇ ਬਹਿ ਜਾਣਾ। ਮੈਂ ਪਕੜਾ ਕੁਰਸੀ ਚੱਕ। ਹਾਂਜੀ ਕੁਰਸੀ ਰੱਖ ਦੇ। ਤੁਸੀਂ ਇੱਥੇ ਬੈਠੋ। ਉਹ ਜੀ ਮੈਂ ਕਿਹਾ ਬਹਿ ਜਾਓ ਤੁਸੀਂ। ਬਹਿ ਜਾ। ਉਹ ਆਓ ਬੈਠੋ ਫੁੱਫੜ ਜੀ, ਕਿਉਂ ਗੁੱਸਾ ਕਰੀ ਜਾਂਦੇ ਹੋ? ਆਓ ਬਹਿ ਜਾਓ ਫੁੱਫੜ ਜੀ। ਚਾਹੇ ਕਾਂ ਕੁੱਤਮਨਾਰ ਤੇ ਬਹਿ ਜੇ, ਬਾਜ ਨਹੀਂ ਬਣ ਸਕਦਾ। ਪਰ ਜੇ ਬਾਜ ਦੀ ਥਾਂ ਕਾਂ ਲੈ ਜੇ, ਠੋਕ ਬਾਜ ਦੀ ਵੀ ਨਹੀਂ ਰਹਿੰਦੀ। ਲੈ ਵੀ ਪਕੜਾ, ਤੂੰ ਤਾਂ ਹੋ ਜਾ ਖੁੱਡੇ ਕੋਲ ਨੂੰ। ਲੰਬੀ ਜੀ ਤੌਣ ਵਾਲਾ ਮੁਰਗਾ ਕੱਢ ਲਾ ਓਏ, ਵੱਢ ਲਾ, ਅੱਜ ਬਣਾ ਲਾ ਕਰਾਰੀ ਜੀ ਤਰਕਾਰੀ। ਓਏ ਤੇਰਾ ਫੁੱਫੜ ਜੀ ਆਇਆ। ਐ ਕਰੋ ਫਿਰ, ਮੈਂ ਰੋਟੀ ਬਾਹਰ ਹੀ ਖਾ ਲੂੰਗਾ, ਮੇਰਾ ਤਾਂ ਆਟਾ ਹੀ ਚੱਕ ਲਿਓ। ਕਿਉਂ? ਮੈਂ ਖਾ ਲੂੰਗਾ ਕਿਤੇ ਗੁਰਦੁਆਰੇ। ਨਾ ਪੁੱਤ, ਤੂੰ ਗੁਰਦੁਆਰੇ ਕਿਉਂ ਖਾਵੇਂਗਾ? ਸੁੱਖ ਨਾਲ ਜੋ ਤੂੰ ਕਹੇਗਾ ਅਸੀਂ ਘਰੇ ਬਣਾਵਾਂਗੀਆਂ।
ਜੇ ਘਰੇ ਖੋਣੀ ਆ ਨਾ ਫਿਰ ਮੁਰਗਾ ਤਾਂ ਦੂਰ ਦੀ ਗੱਲ, ਮੁਰਗਾ ਛਾ ਪਟਾਕਾ ਵੀ ਕਿਸੇ ਨੇ ਚਲਾਇਆ ਨਾ ਆਪਾਂ ਮੁੜ ਕੇ ਨਹੀਂ ਆਉਣਾ, ਅਸੀਂ ਵੈਸ਼ਨੂ ਆ। ਅੱਛਾ ਜੀ, ਆ ਤਾਂ ਗੱਲ ਤੂੰ ਬਾਲੀ ਵਧੀਆ ਕੀਤੀ ਆ ਪੁੱਤ। ਤੇ ਹੋਰ ਬਾਪੂ ਜੀ, ਸਾਡੇ ਦਾ ਗਵਾਂਢ ਨਾ ਕਿਸੇ ਨੇ ਮੀਟ ਵਾਲਾ ਖੋਖਾ ਖੋਲ ਲਿਆ। ਮੈਂ ਤਾਂ ਖੇਤ ਵੀ ਫਿਰਨੀ ਫੜ ਕੇ ਜਾਂਦਾ ਸੀ, ਆਪਾਂ ਕਦੀ ਮੀਟ ਵਾਲੀ ਦੁਕਾਨ ਦੇ ਅੱਗੋਂ ਨਹੀਂ ਲੰਘੇ। ਆਪਾਂ ਤਾਂ ਨਾ ਮੀਟ, ਨਾ ਸ਼ਰਾਬ, ਨਾ ਅੰਡਾ, ਕੁਛ ਨਹੀਂ। ਪੁੱਤ ਫਿਰ ਜੋ ਤੈਨੂੰ ਪਸੰਦ ਆ ਤੂੰ ਉਹੀ ਦੱਸ ਦੇ, ਆਪਾਂ ਉਹੀ ਬਣਾ ਲੈਨੇ ਆ। ਉਹ ਮਾਤਾ ਹੋਰ ਚੀਜ਼ਾਂ ਥੋੜੀਆਂ, ਤਾਜ਼ੀਆਂ ਸਬਜ਼ੀਆਂ ਬਣਾਓ। ਆ ਬਈਆਂ ਨੂੰ ਚੱਕ ਕੇ ਬਾਹਰ ਮਾਰੋ। ਸਾਗ ਜਿੰਨਾ ਮਰਜ਼ੀ ਬੇਹਾ ਹੋ ਜੇ ਓਨਾ ਹੀ ਕਰਾਰਾ ਬਣਦਾ, ਗੱਲਾਂ ਕਰਦਾ। ਪਰ ਫੁੱਫੜ ਜੀ, ਆ ਬਈਆਂ ਚੀਜ਼ਾਂ ਨਾ ਹਾਜ਼ਮਾ ਖਰਾਬ ਕਰ ਦਿੰਦੀਆਂ। ਜੀਜਾ ਜੀ, ਹੋਰ ਜਿਹੜੀ ਮਰਜ਼ੀ ਸਬਜ਼ੀ ਬਣਵਾ ਲਿਓ, ਪਰ ਇਸ ਘਰ ਚ ਨਾ ਕੱਦੂ ਨਹੀਂ ਵੜਦਾ। ਫੁੱਫੜ ਜੀ ਨੂੰ ਪਸੰਦ ਹੀ ਨਹੀਂ ਹੈਗਾ। ਉਹ ਮੈਂ ਕੱਦੂ ਹੀ ਕਹਿਣ ਲੱਗਿਆ ਸੀ, ਪਤਾ ਆਪਾਂ ਕੱਦੂ ਖਾਵਾਂਗੇ। ਬਾਪੂ ਜੀ, ਮੈਨੂੰ ਭਾਵੇਂ ਕੱਦੂ ਸਾਰਾ ਸਾਲ ਖਵਾ ਲਓ, ਤੁਸੀਂ ਤਾਜ਼ੇ ਤਾਜ਼ੇ ਕੱਦੂ ਮੰਗਵਾਓ, ਅੱਜ ਆਪਾਂ ਸਾਰੇ ਕੱਦੂ ਖਾਵਾਂਗੇ। ਕਿਉਂ ਫੁੱਫੜ ਜੀ? ਪਕੜਾ। ਹਾਂਜੀ ਬਾਪੂ ਜੀ। ਛੱਡ ਦੇ ਮੁਰਗੇ ਨੂੰ, ਕਰਦੇ ਯਾਦ ਉਹਨੂੰ ਕਹ ਜਿੰਨਾ ਚਿਰ ਛੋਟਾ ਪ੍ਰਾਹੁਣਾ ਹੈ ਉਹਨਾਂ ਚਿਰ ਐਸ਼ ਕਰੇ। ਤੂੰ ਸਿੱਧਾ ਤੂਤਾਂ ਵਾਲੇ ਖੇਤ ਨੂੰ ਹੋ ਜਾ, ਕੱਦੂ ਲਿਆ 5-7 ਪੁੱਤ ਤੋੜ ਕੇ ਕੱਚੇ ਕਚੂਚ ਜਿਹੇ। ਜਿੰਨਾ ਚਿਰ ਪ੍ਰਾਹੁਣਾ ਘਰੇ ਹੈ ਬਈ ਕੱਦੂ ਹੀ ਬਣੂਗਾ। ਉਹ ਫੁੱਫੜ ਜੀ, ਤੁਸੀਂ ਕੱਦੂ ਖਾ ਕੇ ਵੇਖਿਓ, ਭੁੱਲ ਜਾਓਗੇ ਮੀਟ ਨੂੰ, ਸੱਚੀ ਕਹਿਣਾ ਮੈਂ। ਉਹ ਸਰਦਾਰਾ ਸਿਆ, ਮੈਨੂੰ ਪਿੰਡ ਜਾ ਲੈਣ ਦੋ ਯਾਰ, ਮੇਰਾ ਚਿੱਤ ਨਹੀਂ ਲੱਗਦਾ ਉਰੇ। ਬਾਈ ਤੂੰ ਚਿੱਤ ਨੂੰ ਧਰ ਅਰਜਨ ਸਿਆ, ਤੂੰ ਚਿੱਤ ਨੂੰ ਧਰ। ਹਾਂ ਉਹ ਤੈਨੂੰ ਤਾਂ ਹੁਣ ਘਰ ਦਾ ਸਾਰਾ ਕੁਝ ਪਤਾ, ਭੇਤ ਹੈ, ਉਹ ਨਵਾਂ ਪ੍ਰਾਹੁਣਾ ਹੈ। ਨਵੇਂ ਨੂੰ ਮੈਂ ਹੱਲਿਆ ਵੇਲੇ ਦਾ ਹੈ। ਉਹ ਮੇਰਾ ਚਿੱਤ ਨਹੀਂ ਲੱਗਦਾ ਉਰੇ, ਮੈਨੂੰ ਪਿੰਡ ਜਾ ਲੈਣ ਦੋ। ਫੁੱਫੜ ਜੀ ਲੱਸੀ, ਉਹ ਲੱਸੀ ਮੇਰੀ ਸਾਰਾ ਟੱਬਰ ਰਲ ਕੇ ਕਰੀ ਤਾਂ ਜਾਂਦੇ ਹੋ ਲੱਸੀ। ਇੱਕ ਵਾਰੀ ਦੇਖੋ ਤਾਂ ਸਹੀ। ਹੈਂ? ਲੱਸੀ ਨਹੀਂ ਦਾਰੂ ਹੈ। ਓਏ 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 ਮੇਰਾ ਬੁਗੜੂ ਬੱਗਿਆ ਸ਼ੇਰਾ, ਆ ਕੀਤੀ ਸ਼ੇਰਾ ਵਾਲੀ ਗੱਲ। ਫੁੱਫੜ ਜੀ ਆ ਕੱਦੂ ਖਾਓ। ਕੱਦੂ? ਉਹ ਲੱਤਾਂ ਵਾਲਾ ਕੱਦੂ ਹੈ। ਆਏ ਹਾਏ ਹਾਏ ਹਾਏ, ਉਹ ਮੇਰਾ ਕੱਦੂ ਹੁਣ ਮੈਂ ਕੁਛ ਠੀਕ ਆ। ਆਏ ਹਾਏ ਹਾਏ, ਨਜ਼ਾਰਾ ਹੀ ਆ ਗਿਆ। ਆ ਮੇਰਾ ਪੁੱਤ। ਕੀ ਗੱਲ ਫੁੱਫੜ ਜੀ, ਕੁਰਸੀ ਤੇ ਨਹੀਂ ਬੈਠੇ? ਨਾ ਬਈ, ਇਹ ਕੁਰਸੀ ਤੇ ਹੁਣ ਹੱਕ ਨਵੇਂ ਪ੍ਰਾਹੁਣੇ ਦਾ ਬਣਦਾ। ਬਹਿ ਜੀ ਪ੍ਰਾਹੁਣੇ, ਤੂੰ ਵੀ ਕੀ ਯਾਦ ਰੱਖੇਗਾ, ਛੱਡੀ ਤੇਰੇ ਵਾਸਤੇ। ਪ੍ਰਾਹੁਣਿਆ, ਘਰ ਦੀ ਮੁਖਤਿਆਰੀ ਸਾਂਭਣ ਵਾਸਤੇ ਆਪਣੇ ਤੇ ਕੁਰਸੀ ਦੇ ਪੈਰ ਬਹੁਤ ਮਜ਼ਬੂਤ ਹੋਣੇ ਚਾਹੀਦੇ ਆ। ਚੰਦ ਸਿਆ, ਠੀਕ ਹੈ ਨਾ? ਚੰਦ ਸਿਆ, ਤੂੰ ਪੁੱਤ ਉਰੇ ਆ ਜਾ। ਹਾਂ, ਬਿਠਾਓ ਬਿਠਾਓ ਕੁਰਸੀ ਤੇ। ਲੱਗੀ ਤਾਂ ਨਹੀਂ? ਹਾਂ ਨਹੀਂ। ਆ ਜਾ, ਮੰਜੇ ਤੇ ਬਿਠਾ ਲਓ। ਆਹ ਕੁਰਸੀ ਚੁੱਲ੍ਹੇ 'ਚ ਮਾਰਨ ਵਾਲੇ ਹੁਣ। ਜੀ ਤੋਂ ਸਾਡਾ ਪ੍ਰਾਹੁਣਾ ਗਿਰ ਗਿਆ, ਕੀ ਇਹਨੂੰ ਫੂਕਣਾ ਹੁਣ? ਠੀਕ ਹੈ, ਕੱਢ ਦੋ ਬਾਹਰ। ਬਹਿ ਜਾ। ਬੈਠ ਪ੍ਰਾਹੁਣਾ, ਬਹਿ ਜਾ। ਠੀਕ ਹੈ। ਹਾਂਜੀ। ਉਹ ਤੂੰ ਸਾਰੀਆਂ ਗੱਲਾਂ ਛੱਡ, ਤੂੰ ਉਹ ਗੱਲ ਸੁਣਾ, ਉਹ ਜਿਹੜੇ ਤੂੰ ਕਾਲੇ ਕੱਛੇ ਵਾਲੇ ਕੁੱਟੇ ਸੀਗੇ। ਲੈ ਮਾਹੌਲ ਬਣ ਜੂ ਕਿਰਾਂ। ਲੈ ਵੀ ਨਵੇਂ ਪ੍ਰਾਹੁਣਿਆ, ਲੱਸੀ ਪੀ ਕੇ ਕਦੇ ਗੱਲ ਸੁਣਾਈ ਤਾਂ ਹੈ ਨਹੀਂ। ਲੈ ਭਾਈ, ਸਪਰੇਟੇ ਤੇ ਰਹਿ ਗਏ, ਹੁਣ ਲੱਸੀ ਦਾ ਵੇਲਾ ਆ ਗਿਆ, ਆਪਾਂ ਗੱਲ ਸੁਣਾ ਦਿੰਦੇ ਆ। ਬੜੀ ਘੈਂਟ ਗੱਲ ਹੈ। ਲੈ ਗੱਲ ਸੁਣਨ ਵਾਲੀ ਆ ਪੁੱਤ, ਘੈਂਟ ਹੈ। ਬੜੀ ਦਲੇਰੀ ਵਾਲੀ ਗੱਲ ਆ ਨਵੇਂ ਪ੍ਰਾਹੁਣਿਆ। ਇੱਕ ਵਾਰੀ ਨਾ ਪਿੰਡ ਸਾਡੇ ਸੂਹ ਲੱਗ ਗਈ ਵੀ ਕਾਲੇ ਕੱਛੇ ਵਾਲਿਆਂ ਨੇ ਆਉਣਾ। ਬਸ ਪਿੰਡ ਨੂੰ ਮਾਣ ਹੈ ਵੀ ਅਰਜਨ ਸੇਵਾ ਕਿਵੇਂ ਬਣਨ ਦੇ ਦੂਗਾ। ਬਸ ਫੇਰ ਕੀ ਸੀ, ਮੈਂ ਹੱਥਣ ਜੇ ਵੇਲੇ ਦਾਤਰ ਲਿਆ, ਜਾ ਕੇ ਮੋਟਰ ਤੇ ਬਹਿ ਗਿਆ। ਇੱਕੋ ਹੀ ਰਾਹ ਆਉਂਦਾ ਸੀਗਾ ਪਿੰਡ ਨੂੰ। ਹੱਥਣੇ ਜੇ ਵੇਲੇ ਮੂੰਹ ਨੇਰਾ ਹੋਇਆ, 1 2 ਕਾਲੇ ਕੱਛੇ ਪਾਏ ਹੋਏ ਪੂਰੇ 30 ਬੰਦੇ। 30 ਦੇ 30 ਕੱਛੇ ਲਾ ਕੇ ਫੈਂਟੇ ਅਰਜਨ ਸਿਉ ਨੇ। ਉਹ ਜਮਾ ਝੂਠਾ, ਆ ਹੋ ਹੀ ਨਹੀਂ ਸਕਦਾ। ਆਹੀ ਗੱਲ ਤਾਂ ਮੈਂ ਕਹਿੰਦਾ ਸੀ। ਫਿਰ ਮੈਂ ਚੱਲਦਾ ਹੀ ਆ, ਮੈਨੂੰ ਕੰਮ ਜਿਹਾ ਪੈ ਗਿਆ ਮੈਨੂੰ। ਨਾ ਤੂੰ ਬੈਠ ਪ੍ਰਾਹੁਣਿਆ, ਬੈਠ। ਗੱਲ ਸੱਚ ਹੈ ਚੰਨ ਸਿਆ, ਮੈਂ ਆਪ ਦੇਖ ਕੇ ਆਇਆ। ਪਰ ਬਾਪੂ ਜੀ, ਆ ਜਮਾ ਗੱਪ ਆ। 30 ਬੰਦੇ ਇੱਕ ਬੰਦਾ ਕਿਵੇਂ ਕੁੱਟ ਸਕਦਾ? ਜੇ ਐਡੀ ਗੱਲ ਹੈ ਨਾ ਸ਼ੇਰਾ, ਫਿਰ ਘੁਲ ਕੇ ਦੇਖ ਲੈ। ਫੁੱਫੜ ਜੀ, ਜੇ ਇਸ ਉਮਰ 'ਚ ਹੱਡ ਗੋਡੇ ਟੁੱਟ ਗਏ ਨਾ ਤਾਂ ਜੁੜਨੇ ਨਹੀਂ, ਮੂਰੇ ਸਿਆਲ ਆ। ਤੂੰ ਆਪਣਾ ਫਿਕਰ ਕਰ ਪੁੱਤ, ਮੇਰੀ ਛੱਡ ਪਰਾਂ। ਉਹ
ਕਿਹੜੀਆਂ ਗੱਲਾਂ 'ਚ ਪੈ ਗਏ ਮੇਰੇ ਯਾਰ ਤੁਸੀਂ ਓਏ ਰੋਟੀ ਖਾਂਦੇ ਆ ਕਵੇਲਾ ਹੁੰਦਾ ਜਾਂਦਾ ਹੈ। ਨਾਲੇ ਠੰਡੇ ਪਾਣੀ ਜੰਬ ਭਿਉਂਤੇ ਪਏ ਨੇ ਉਹ ਸਰਦਾਰਾ ਸਿਆ ਅੰਬ ਨੂੰ ਮਾਰ ਗੋਲੀ। ਹੁਣ ਫਿਰ ਜਦ ਗੱਲ ਸੁਣਾਉਣ ਤੇ ਆ ਗਏ ਨਾ, ਰੇਲ ਗੱਡੀ ਵਾਲੀ ਗੱਲ ਸੁਣੋ। ਲੈ ਸੁਣ ਲੈ ਪ੍ਰਾਹੁਣਿਆ, ਤੈਨੂੰ ਰੇਲ ਬਸ ਆ ਰੁੱਸ ਕੇ ਗਿਆ ਕਿ ਐਵੇਂ ਹੀ ਗਿਆ? ਬੇਬੇ ਰੋਟੀ ਖਾਈਏ, ਭੁੱਖ ਲੱਗੀ ਆ। ਮੈਨੂੰ ਵੀ ਬਹੁਤ ਭੁੱਖ ਲੱਗੀ ਐ। ਤੁਹਾਨੂੰ ਪਤਾ ਤਾਂ ਹੈ ਫੁੱਫੜ ਤੋਂ ਬਾਅਦ ਮਿਲੂ। ਭਾਬੀ ਕਿਉਂ ਜਵਾਕਾਂ ਤੇ ਗੁੱਸਾ ਕੱਢੀ ਜਾਂਦੀ ਹੈ? ਮੈਨੂੰ ਇੱਕ ਗੱਲ ਦੱਸੋ, ਜੇ ਫੁੱਫੜ ਨੇ ਰੋਟੀ ਨਾ ਖਾਧੀ ਤਾਂ ਸਾਰੇ ਭੁੱਖੇ ਸੌਂਗੇ? ਪਾਲੀ ਜਵਾਕਾਂ ਨੂੰ ਰੋਟੀ ਖਵਾਓ। ਫੁੱਫੜ ਜੀ ਨੂੰ ਆ ਲੈਣ ਤੋਂ। ਕੀ ਫੁੱਫੜ ਜੀ? ਉਹ ਇੰਨਾ ਵੀ ਨਾ ਡਰੋ, ਫੁੱਫੜ ਬੰਦਾ ਹੀ ਆ। ਆ ਕਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰੀ ਜਾਂਦੇ ਹੋ? ਜਵਾਕ ਭੁੱਖੇ ਮਾਰਨੇ ਆ। ਪੁੱਤ ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ। ਉਹ ਕੀ ਜਵਾਈ ਭਾਈ ਬੇਬੇ, ਜਵਾਈ ਵੀ ਤਾਂ ਘਰ ਦੇ ਪੋਤੀ ਹੁੰਦੇ ਨੇ। ਜੇ ਤੁਸੀਂ ਮੈਨੂੰ ਜਵਾਈ ਭਾਈ ਸਮਝਣਾ, ਮੈਂ ਚੱਲਿਆ। ਨਾ ਪੁੱਤ। ਕੀ ਨਾ ਪੁੱਤ? ਬੇਬੇ ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ। ਚੱਲ ਮੇਰੀ ਬੁਗੜੀ, ਆਪਾਂ ਅੱਜ ਇਕੱਠੇ ਰੋਟੀ ਖਾਣੇ। ਕੀ ਹੋਇਆ, ਗਰਮੀ ਲੱਗਦੀ ਆ? ਹਾਂਜੀ ਫੁੱਫੜ ਜੀ। ਹਾਂ ਫੁੱਫੜ ਜੀ, ਤੇ ਫਿਰ ਪੱਖੇ ਅੱਗੇ ਪੈ ਜਾਓ ਜਾ ਕੇ। ਜੇ ਅਸੀਂ ਪੱਖੇ ਅੱਗੇ ਪੈ ਗਏ ਫਿਰ ਫੁੱਫੜ ਕਿੱਥੇ ਪਊ? ਫੁੱਫੜ ਕੋਠੇ ਤੇ ਪੈ ਜਾਊਗਾ। ਕੋਠੇ ਤੇ ਪੱਖਾ ਤਾਂ ਹੈ ਨਹੀਂ। ਪਰ ਮਾਤਾ ਪੱਖੀਆਂ ਤਾਂ ਹੈਗੀਆਂ। ਹਾਂ ਚਲੋ ਮੇਰਾ ਪੁੱਤ ਜਾ ਕੇ ਸੌ ਜਾ। ਆਜੋ ਆਜੋ ਛੇਤੀ ਆਜੋ ਛੇਤੀ। ਕਿੱਡੇ ਖੁਸ਼ ਆ। ਫੁੱਫੜ ਜੀ ਜੇ ਨੀਂਦ ਨਹੀਂ ਆ ਰਹੀ ਤਾਂ ਕੋਈ ਕਿੱਸਾ ਹੀ ਸੁਣਾ ਦਿਓ। ਐਂ ਨਾ ਕਿਸੇ ਨੇ ਸੁੱਤੇ ਪਏ ਫੁੱਫੜ ਨੂੰ ਉਠਾਲ ਲਿਆ ਸੀ, ਮੁੜ ਕੇ ਆਪ ਉੱਠਣ ਜੋਗਾ ਨਹੀਂ ਰਿਹਾ। ਕਿਉਂ? ਫੁੱਫੜ ਨੇ ਉਹਦੀਆਂ ਲੱਤਾਂ ਹੀ ਵੜਤੇ ਸੀ। ਬੋਲ ਸੁਣਨਾ ਕਿੱਸਾ? ਨਹੀਂ ਨਹੀਂ, ਸੋ ਜਾਓ ਸੋ ਜਾਓ ਸੋ ਜਾਓ। ਨਹੀਂ ਤੁਸੀਂ ਆਰਾਮ ਕਰੋ। ਓ ਬੱਗੜਾ। ਹਾਂਜੀ ਫੁੱਫੜ ਜੀ। ਓ ਇੱਥੋਂ ਪਾਣੀ ਲੱਗਦੇ। ਉਹ ਫੁੱਫੜ ਜੀ ਪਾਣੀ ਦੀ ਪੀਪੀ ਦਾ ਜੀਜਾ ਜੀ ਵਾਲਾ, ਜੇ ਉਹਨਾਂ ਨੇ ਬਚਾਤੀ ਤਾਂ ਤੁਹਾਡੇ ਕੋਲ ਲੈ ਆਵਾਂਗੇ। ਓਏ ਜੇ ਨਾ ਬਚਾ ਫਿਰ ਫੁੱਫੜ ਜੀ ਔਖੇ ਸੌਖੇ ਸਾਰ ਲਿਓ। ਉਹ ਮੈਨੂੰ ਲੱਗਦਾ ਤੁਸੀਂ ਮੈਂ ਆਪ ਹੀ ਭੂਆ ਛਡਾਉਣੀ ਹੈ ਮੇਤੋਂ। ਪੜ ਲਿਆ ਤੂੰ। ਚੱਲ ਚੱਲ ਜੀ ਚੱਲ ਚੱਲ ਚੱਲ। ਜੀਜਾ ਜੀ ਸਾਰਾ ਪਾਣੀ ਨਾ ਡੋਲਿਓ, ਫੁੱਫੜ ਜੀ ਨੂੰ ਚਾਹੀਦਾ ਸੀ। ਓਹੋ ਹੁਣ ਤਾਂ ਸਾਰਾ ਡੁੱਲ ਗਿਆ, ਪਹਿਲਾਂ ਦੱਸਣਾ ਸੀ। ਹੁਣ ਫੁੱਫੜ ਜੀ ਕੀ ਕਰਨਗੇ? ਫੁੱਫੜ ਜੀ ਨੂੰ ਕਹੀਂ ਖੀਸੀ ਕਰਕੇ ਆ ਜਾ। ਲੈ ਵੀ ਪ੍ਰਾਹੁਣਿਆ, ਹੁਣ ਮਾਟੋ ਵਾਸਤੇ ਰਿਸ਼ਤਾ ਲੱਭਦੇ ਤੂੰ। ਆਪਾਂ ਕੁੜੀਆਂ ਵਿਆਹ ਕੇ ਸੁਰਖਰੂ ਹੋਈਏ, ਪਰ ਸ਼ਰਤ ਇੱਕੋ ਹੀ ਆ ਵੀ ਮੁੰਡਾ ਚੰਨ ਸਿਓ ਵਾਂਗੂ ਸੋਹਣਾ ਸੁਨੱਖਾ ਚਾਹੀਦਾ ਵੀ। ਮੈਂ ਤਾਂ ਇਹਨੂੰ ਹੀ ਲੱਭ ਕੇ ਪਛਤਾਉਣਾ। ਕੀ? ਉਹ ਬਸ ਹੁਣ ਸਾਰੀ ਉਮਰ ਆਪਾਂ ਫੁੱਫੜ ਜੀ ਦਾ ਥੋੜਾ ਲਹੂ ਪੀਣਾ, ਕੋਈ ਜ਼ਿੰਮੇਵਾਰੀ ਸਾਨੂੰ ਵੀ ਦਿਓ। ਮੇਰਾ ਮਤਲਬ ਮਾਟੋ ਦਾ ਰਿਸ਼ਤਾ ਮੈਂ ਕਰਾਉਂਗਾ, ਕਿਉਂ ਫੁੱਫੜ ਜੀ? ਲੈ ਪੁੱਤ ਤੂੰ ਕਰਾ ਲੈ, ਤੂੰ ਵੀ ਤਾਂ ਇਸ ਘਰ ਦਾ ਪ੍ਰਾਹੁਣਾ ਹੈ। ਪਰ ਸ਼ਰਤ ਇੱਕੋ ਹੀ ਆ ਵੀ ਮੁੰਡਾ ਤੇਰੇ ਵਾਂਗੂ ਸੋਹਣਾ ਸੁਨੱਖਾ ਲੰਮ ਸਲਮਾ ਗੱਭਰੂ ਜਵਾਨ ਚਾਹੀਦਾ। ਉਹ ਬਾਪੂ ਜੀ ਮੁੰਡਾ ਜਮਾ ਮੇਰੇ ਵਰਗਾ ਹੀ ਸਮਝੋ। ਉਹ ਆਪਣੇ ਚਾਚੇ ਦੇ ਮੁੰਡੇ ਦੀ ਤਾਂ ਗੱਲ ਕਰਦਾ ਮੈਂ। ਉਹ ਤੂੰ ਚਾਚੇ ਦੇ ਮੁੰਡੇ ਨੂੰ ਰਹਿਣ ਦੇ। ਉਹ ਰਹਿਣ ਦੋ, ਮੁੰਡਾ ਠੀਕ ਨਹੀਂ ਹੈਗਾ। ਕਿਉਂ, ਉਹਨੂੰ ਕਿਹੜਾ ਪੋਲੀਓ ਹੋਇਆ? ਸੋਹਣਾ ਸੁਨੱਖਾ ਗੱਭਰੂ ਜਵਾਨ ਆ, ਜ਼ਮੀਨ ਜਾਇਦਾਦ ਆ, ਮੁੰਡਾ ਕਬੱਡੀ ਦਾ ਪਲੇਅਰ ਆ। ਉਹ ਸਾਨੂੰ ਮਾਟੋ ਵਾਸਤੇ ਪ੍ਰਾਹੁਣਾ ਚਾਹੀਦਾ। ਅਸੀਂ ਇੱਥੇ ਕਬੱਡੀ ਟੂਰਨਾਮੈਂਟ ਨਹੀਂ ਕਰਾਉਣਾ। ਮੁੰਡਾ ਕਬੱਡੀ ਦਾ ਪਲੇਅਰ ਹੈ। ਅਰਜੁਨ ਸਿੰਘ ਆਪਾਂ ਦੇਖ ਆਉਨੇ ਆ, ਜੇ ਮੁੰਡਾ ਨਾ ਚੰਗਾ ਲੱਗਿਆ ਆਪਾਂ ਜਵਾਬ ਦੇ ਆਵਾਂਗੇ। ਹਾਂ ਹਾਂ ਜਾ ਆਨੇ ਆ, ਬਾਕੀ ਹੋਣਾ ਤਾਂ ਸਭ ਦੀ ਸਲਾਹ ਨਾਲ ਹੀ ਹੈ। ਉਹ ਮੁੰਡਾ ਦੇਖ ਕੇ ਤੁਹਾਡੇ ਤੋਂ ਨਾ ਨਹੀਂ ਹੋਣੀ ਬਾਪੂ ਜੀ। ਕੰਨਾ ਕੁੱਤੂ ਬਣਾਇਆ। ਫੇਰ ਕੀ ਮੰਗਿਆ ਰੱਬ ਤੋਂ? ਮੈਂ ਛਿੰਦੇ ਤੋਂ ਬਗੈਰ ਕੀ ਮੰਗਣਾ? ਤੂੰ ਦੱਸ, ਤੂੰ ਕੀ ਮੰਗਿਆ? ਮੈਂ ਤਾਂ ਇਹੀ ਮੰਗਿਆ ਕਿ ਪਰਮਾਤਮਾ ਮੇਰੀ ਮਾਤਾ ਜੋ ਮੰਗਦੀ ਆ ਉਹਨੂੰ ਮਿਲ ਜਾਵੇ। ਸਾਰੇ ਕਹਿੰਦੇ ਨੇ ਰੱਬ ਸੁਣਦਾ ਹੈ, ਪਰ ਪਾਲੀ ਰੱਬ ਮੇਰੀ ਕਿਉਂ ਨਹੀਂ ਸੁਣ ਰਿਹਾ?
ਕੀ ਪਤਾ ਰੱਬ ਨੇ ਤੇਰੇ ਲਈ ਕੁਝ ਹੋਰ ਬਹੁਤ ਚੰਗਾ ਰੱਖਿਆ ਹੋਵੇ। ਨਾ ਮੈਨੂੰ ਹੋਰ ਕੁਝ ਚੰਗਾ ਨਹੀਂ ਚਾਹੀਦਾ, ਮੈਨੂੰ ਛਿੰਦਾ ਹੀ ਚਾਹੀਦਾ ਹੈ। ਪਰ ਪਾਲੀ ਬਾਪੂ ਨੂੰ ਕਹਿ ਕੇ ਵਿਆਹ ਰੋਕ ਦੇ, ਤੈਨੂੰ ਰੱਬ ਦਾ ਵਾਸਤਾ। ਤੂੰ ਬੇਗਾਨਾ ਪੁੱਤ ਤਾਂ ਪਟ ਲਿਆ, ਹੁਣ ਮੇਰੀ ਗੁੱਤ ਨਾ ਪਟਵਾ ਦੇਈਂ। ਤੈਨੂੰ ਬਾਪੂ ਜੀ ਦੇ ਸੁਭਾਅ ਦਾ ਪਤਾ ਆ, ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਧਰਤੀ 'ਚ ਗੜ ਦੇਣਗੇ। ਚੱਲ ਕੋਈ ਗੱਲ ਨਹੀਂ, ਆਪਾਂ ਦੇਖਦੇ ਹਾਂ ਕੀ ਹੁੰਦਾ। ਚੱਲ ਕਾਕਾ ਪੜਿਆ ਕਿੰਨਾ ਹੋਇਆ ਤੂੰ? ਜੀ ਮੈਂ 12 ਪੜਿਆ। ਬਾਤ ਤਾਂ ਕੁਝ ਵੀ ਨਹੀਂ। ਉਹ 12 ਥੋੜੀਆਂ ਥੋੜਾ ਹੁੰਦੀਆਂ ਫੁੱਫੜ ਜੀ। ਨਹੀਂ ਮੇਰਾ ਮਤਲਬ ਜੇ ਮੇਰੇ ਵਾਂਗੂ ਥੋੜਾ ਜਿਆਦਾ ਪੜਿਆ ਹੁੰਦਾ ਨਾ ਤਾਂ ਅੱਜ ਮੇਰੇ ਵਾਂਗੂ ਸਰਕਾਰੀ ਨੌਕਰੀ ਤੇ ਹੁੰਦਾ। ਜੀ ਮੈਂ ਸਰਕਾਰੀ ਨੌਕਰੀ ਤੇ ਹੀ ਹਾਂ। ਕਾਕਾ ਜ਼ਮੀਨ ਕਿੰਨੀ ਆਉਂਦੀ ਹੈ ਤੈਨੂੰ? ਜੀ ਜ਼ਮੀਨ 17 ਕਿੱਲੇ। ਐ ਤਾਂ ਮੇਰੇ ਬਾਪੂ ਜੀ ਹੁਣਾਂ ਕੋਲੇ 47 ਕਿੱਲੇ ਸੀ। ਮੈਂ ਪੁੱਛਿਆ ਤੈਨੂੰ ਕੱਲੇ ਨੂੰ ਕਿੰਨੀ ਆਉਂਦੀ ਹੈ? ਇਹਨੂੰ 17 ਹੀ ਆਉਂਦੀ ਹੈ। ਮੇਰਾ ਕੱਲਾ ਕੱਲਾ ਮੁੰਡਾ ਹੈ। ਕਾਕਾ ਕੋਈ ਨਸ਼ਾ ਪੱਤਾ? ਨਾ ਜੀ ਨਾ, ਨਸ਼ਾ ਪਤਾ ਕੋਈ ਨਹੀਂ ਕਰਦਾ। ਹਾਂ ਕਿਤੇ ਸਾਲ ਛਮਾਹੀ ਕਿਸੇ ਦੇ ਵਿਆਹ ਮੰਗਣ ਨੂੰ ਪੈਗ ਪੁੱਗ ਜ਼ਰੂਰ ਲਾ ਲੈਂਦਾ। ਲੈ ਐਡੂ ਵੱਡੀ ਗੱਲ ਕੀ ਹੋਊਗੀ? ਉਹ ਸਾਡੇ ਪਿੰਡ ਵਾਲਾ ਜਾਗਰ, ਉਹ ਵੀ ਸਾਲ ਛਮਾਹੀ ਪੈਗ ਲਾਉਂਦਾ ਸੀਗਾ। 17 ਕਿੱਲੇ ਸੀ ਉਹਦੇ ਕੋਲੇ, 17 ਦੇ 17 ਚੱਕਤੇ, ਨਾਲੇ ਘਰੇ ਆ ਕੇ ਜਨਾਨੀ ਤੇ ਹੱਥ ਚੱਕਦਾ ਸੀਗਾ। ਸਾਡੀ ਕੁੜੀ ਨੂੰ ਕੋਈ ਹੱਥ ਲਾਇਆ ਸਭ ਵਿਚਾਲੋਂ ਵੜ ਦਾਂਗੇ। ਗੱਲ ਸੁਣੋ, ਆਪਣੇ ਵੱਲੋਂ ਨਾ ਹੈ। ਪਰ ਅਰਜਨ ਸਿਆ, ਸ਼ਰਾਬ ਤਾਂ ਤੂੰ ਵੀ ਪੀ ਲੈਨੇ, ਪਰ ਤੂੰ ਕਦੇ ਕੁੱਟਮਾਰ ਤਾਂ ਨਹੀਂ ਕੀਤੀ। ਉਹ ਮੈਂ ਬੰਦੇ ਤਾਂ ਬਥੇਰੇ ਕੁੱਟਿਆ ਨਾ, ਸਾਡੀ ਨਾਲੇ ਗੱਲ ਹੀ ਕੁਝ ਹੋਰ ਹੈ। ਕਦੇ ਕਿਸੇ ਜਨਾਨੀ ਤੇ ਹੱਥ ਨਹੀਂ ਚੱਕੇ, ਚਾਹੀਦੀ ਆਪਣੀ ਕੁੜੀ ਤੋਂ ਪੁੱਛ ਕੇ ਦੇਖ ਲਓ। ਬਾਈ ਮੈਨੂੰ ਮੁੰਡਾ ਪਸੰਦ ਹੈ, ਘਰ-ਬਾਰ ਵੀ ਸੋਹਣਾ, ਦੇਖ ਲਓ ਜੀ ਹਾਂ ਹੋ ਜੇ। ਪਰ ਸਾਰਾ ਕੁਝ ਠੀਕ ਹੈ, ਕੋਈ ਨੁਕਸ ਤਾਂ ਹੋਊਗਾ। ਕਿੱਥੇ ਫਸਾਵਾਂ ਇਹਨੂੰ? ਕਿਤੇ ਨਹੀਂ ਫਸਣਾ। ਚੰਗਾ ਮੁੰਡਾ ਮਾਟੋ ਲਈ। ਤੁਹਾਡੇ ਲਈ ਠੀਕ ਹੋਊਗਾ, ਸਾਨੂੰ ਤਾਂ ਸਾਰਾ ਕੁਝ ਦੇਖਣਾ ਪਰਖਣਾ ਪੈਂਦਾ ਨਾ। ਨੁਕਸ ਤਾਂ ਕੋਈ ਨਾ ਕੋਈ ਹੋਊਗਾ। ਨੁਕਸ ਕੱਢ ਕੇ ਤਾਂ ਦਿਖਾ ਫਿਰ। ਸਭ ਤੋਂ ਵੱਡਾ ਨੁਕਸ ਤਾਂ ਇਹ ਹੈ ਵੀ ਉਹ ਤੁਹਾਡੇ ਖਾਨਦਾਨ ਚੋਂ ਹੈ। ਅੱਛਾ ਦੇਖੋ ਜੀ, ਮੈਂ ਵੀ ਇਸ ਘਰ ਦਾ ਜਵਾਈ ਆ ਤੇ ਮੇਰਾ ਵੀ ਪੂਰਾ ਹੱਕ ਬਣਦਾ। ਮੁੰਡੇ ਦੀ ਜ਼ਿੰਮੇਵਾਰੀ ਬਾਪੂ ਜੀ ਮੈਂ ਲੈਣਾ। ਮਾਟੋ ਦੀ ਅੱਖ ਚੋਂ ਇੱਕ ਵੀ ਹੰਝੂ ਆ ਗਿਆ ਨਾ, ਮੈਨੂੰ ਆ ਕੇ ਫੜ ਲਿਓ। ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ। ਲੈ ਬਸ ਫਿਰ ਪ੍ਰਾਹੁਣਾ ਸਾਹਿਬ, ਜਦ ਚੰਨ ਸਿਓ ਐਡੀ ਜ਼ਿੰਮੇਵਾਰੀ ਲੈਂਦਾ ਫਿਰ ਸਾਰਾ ਕੁਝ ਲੋਟ ਹੈ। ਮੈਨੂੰ ਤਾਂ ਆਪ ਰਿਸ਼ਤਾ ਮਨਜ਼ੂਰ ਹੈ ਭਾਈ। ਮੁਬਾਰਕਾਂ ਬਈ, ਮੁਬਾਰਕਾਂ ਮੁਬਾਰਕਾਂ ਬਈ। ਹਾਂਜੀ ਸਰਕਾਰੀ ਅਫਸਰੋ, ਸਰਕਾਰ ਬਦਲ ਚੁੱਕੀ ਹੈ। ਤੁਸੀਂ ਟਾਈਮ ਨਾਲ ਆਪਦੀ ਕੁਰਸੀ ਚੱਕ ਕੇ ਦੂਜੇ ਵੇਲੇ ਡਾਲੋ, ਕਿਉਂਕਿ ਇੱਥੇ ਤਾਂ ਮੈਂ ਤੁਹਾਡੀ ਜਮਾਂ ਨਹੀਂ ਚੱਲਣ ਦੇਣੀ। ਉਹ ਕਹਿੰਦੇ ਹੁੰਦੇ ਆ ਨਾ ਫੱਫੜ ਜੀ, ਪਿੱਪਲੀ ਦੇ ਪੱਤਿਆ ਕਿਉਂ ਛੜ ਛੜ ਲਾਈ ਆ। ਚੜ ਜਾ ਚੜ ਜਾ, ਰੁੱਤ ਨਵਿਆਂ ਦੀ ਆਈ ਆ। ਆ ਬਾਪੂ ਜੀ। ਕੋਈ ਨਾ ਅਰਜਨ ਸਿਆ, ਉਹ ਵੀ ਆਪਣੇ ਹੀ ਘਰ ਦਾ ਜੀ ਹੈ, ਕਿਹੜਾ ਆਪਣਾ ਮਾੜਾ ਸੋਚੂ। ਨਾਲੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਜੇ ਉਹਨੂੰ ਹੁਣ ਤੋਂ ਪਾਵਾਂਗੇ ਤਾਂ ਹੀ ਗਾਹਾਂ ਨੂੰ ਸਿਆਣਾ ਹੋਊ। ਕੀ ਬਣਿਆ ਵੀਰ ਜੀ? ਲੈ ਹਾਂ ਕਰਿਆ ਮੈਂ ਜੱਸੀ, ਮੁੰਡਾ ਚੰਨ ਸਿਆ ਵਾਂਗੂ ਬਾਹਲਾ ਹੀ ਸੋਹਣਾ ਹੈ। ਹਾਂ ਸੱਚੀ, ਉਹ ਤਾਂ ਮੈਂ ਵਿਆਹ 'ਚ ਵੀ ਵੇਖਿਆ ਸੀ। ਬਸ ਆਪਦੀਆਂ ਭਾਬੀਆਂ ਨੂੰ ਇੱਕ ਗੱਲ ਦੱਸਦੇ, ਹੁਣ ਉਹਨਾਂ ਨੇ ਵਿਆਹ ਛੇਤੀ ਮੰਗ ਲਿਆ, ਵਿਆਹ ਦੀਆਂ ਤਿਆਰੀਆਂ ਕਰੋ। ਹਾਂਜੀ ਹਾਂਜੀ। ਹੁਣ ਤਾਂ ਸੁੱਖ ਨਾਲ ਮਾਟੋ ਵੀ ਇੱਥੇ ਆ ਜੂਗੀ। ਖੁਸ਼ ਆ ਨਾ ਹੁਣ ਤਾਂ? ਮੈਂ ਤਾਂ ਬਹੁਤ ਖੁਸ਼ ਹਾਂ, ਪਰ ਮੈਨੂੰ ਕਦੇ ਕਦੇ ਐਂ ਲੱਗਦਾ ਕਿ ਫੁੱਫੜ ਜੀ ਇਸ ਰਿਸ਼ਤੇ ਤੋਂ ਖੁਸ਼ ਨਹੀਂ। ਕਿਉਂ? ਪਤਾ ਨਹੀਂ, ਉਹਨਾਂ ਨੇ ਇਸ ਰਿਸ਼ਤੇ ਨੂੰ ਖੁੱਲ ਕੇ ਹਾਂ ਜੀ ਨਹੀਂ ਕੀਤੀ। ਕਦੇ ਕਦੇ ਮੈਨੂੰ ਐਂ ਲੱਗਦਾ ਕਿ ਤੁਸੀਂ ਦੋਵੇਂ ਇੱਕ ਦੂਜੇ ਤੋਂ ਨਾਰਾਜ਼ ਹੋ। ਉਹ ਤੂੰ ਇਹਨਾਂ ਗੱਲਾਂ ਤੇ ਆਪਦਾ ਦਿਮਾਗ ਨਾ ਲਾਇਆ ਕਰ। ਤੂੰ ਇਹ ਸੋਚ ਵੀ ਜਾ ਕੇ ਬੋਲੀਆਂ ਕਿਹੜੀਆਂ ਪਾਉਣੀਆਂ। ਚੱਲੀ ਜੀ, ਚੱਲ ਚੱਲੀਏ। ਜੀ ਮੈਨੂੰ ਐਂ ਕਿਉਂ ਲੱਗਦਾ ਕਿ ਤੁਸੀਂ ਚਾਨਣਾ ਹਲੇ ਵੀ ਗੁੱਸੇ ਹੋ? ਗੁੱਸੇ ਨੂੰ ਕਿਹੜਾ ਮੇਰਾ ਉਹਦੇ ਨਾਲ ਵੱਟ ਦਾ ਰੌਲਾ ਹੈ।
ਬਸ ਉਹਨੂੰ ਇੰਨਾ ਕਹਿ ਦੀ ਵੀ ਵਿਆਹ 'ਚ ਥੋੜਾ ਜਿਹਾ ਹਿਸਾਬ ਕਿਤਾਬ ਨਾਲ ਰਹੇ। ਇਹ ਹਿਸਾਬ ਕਿਤਾਬ ਮਤਲਬ? ओ जी ਚਰਨੀ, ਉਹ ਚਰਨੀ, ਉਹ ਤਾਲੀ ਵਾਲਾ ਕੇ ਕਾਕੇ ਦੇ ਘਰੇ ਜਾ, ਉਹਨੂੰ ਦੁੱਧ ਨੂੰ ਕਿਹਾ ਸੀ, ਉਹਨੂੰ ਕਿਹਾ ਦੁੱਧ ਪਚਾ, ਹਲਵਾਈਆਂ ਕੋਲੇ ਦੁੱਧ ਮੁੱਕਦਾ ਜਾਂਦਾ ਹੈ। ਜਾ ਉਹ ਬੱਲੇ ਪ੍ਰਾਹੁਣਿਆ, ਆਥਣ ਕਰਦਾ ਕਰਦਾ ਹਨੇਰਾ ਹੀ ਕਰਤਾ। ਕੀ ਹਾਲ ਆ ਪੁੱਤ? ਬਾਪੂ ਜੀ ਸਤਿ ਸ਼੍ਰੀ ਅਕਾਲ। ਸਿੰਦੋ, ਓ ਸਿੰਦੋ, ਓਏ ਲਿਆਓ ਪ੍ਰਾਹੁਣਾ ਆਇਆ, ਕੋਈ ਮੂੰਹ ਮਿੱਠਾ ਕਰਾਓ, ਕੋਈ ਗੱਲ ਹੈ ਭਲਾ? ਲੈ ਭੈਣੇ ਪਾਲੀ ਤੇ ਪ੍ਰਾਹੁਣਾ ਵੀ ਆ ਗਏ। ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ। ਹੋਰ ਪਾਲੀ? ਵਿਆਹ ਵਾਲਾ ਘਰ ਹੈ, ਤੁਸੀਂ ਐ ਜਮਾ ਸੋਗ ਪਾਇਆ। ਚਲੋ ਭੰਗੜਾ ਪਾਈਏ, ਰੌਣਕ ਲਾਈਏ, ਮੇਰੀ ਸਾਲੀ ਦਾ ਵਿਆਹ। ਨਾ ਪੁੱਤ, ਤੇਰੇ ਫੁੱਫੜ ਜੀ ਨੂੰ ਰੌਲਾ ਰੱਪਾ ਭੋਰਾ ਪਸੰਦ ਨਹੀਂ। ਰੌਲਾ ਰੱਪਾ ਤਾਂ ਵਿਆਹ 'ਚ ਹੀ ਪੈਂਦਾ, ਹੁਣ ਕੋਈ ਭੋਗ ਤਾਂ ਪਾਉਣੋਂ ਰਿਹਾ। ਪਰ ਪੁੱਤ ਤੇਰੇ ਫੁੱਫੜ ਜੀ ਵੈਸੇ ਨਾ ਨੱਚਣੋਂ ਹੀ ਰੋਕਦਾ ਹੁੰਦਾ ਜਿਹਨੂੰ ਨੱਚਣਾ ਨਹੀਂ ਆਉਂਦਾ। ਅੱਛਾ ਜੇ ਏਡੀ ਗੱਲ ਆ ਨਾ, ਆ ਜਾ ਫਿਰ ਦੇਖ ਲੈਨੇ ਆ। ਆ ਜਾਓ ਫਿਰ। ਕੀ ਹੋਇਆ, ਇੱਥੇ ਲੈ ਕੇ ਆਈਆਂ? ਕੀ ਦੱਸਾਂ, ਮਾਟੋ ਨੂੰ ਕਿਤੇ ਦਿਸ ਰਹੀ। ਓਹੋ, ਇੱਥੇ ਹੀ ਹੋਣੀ ਆ ਕਿਤੇ। ਚੁਬਾਰੇ 'ਚ ਦੇਖਿਆ ਪੁਰਾਣੀ ਸਹੇਲੀ ਨਾਲ? ਮੈਂ ਸਾਰੇ ਕਿਤੇ ਲੱਭ ਲਈ। ਹੌਲੀ ਬੋਲ। ਮੈਂ ਸਾਰੇ ਕਿਤੇ ਲੱਭ ਲਈ, ਕਿਤੇ ਨਹੀਂ ਦਿਖ ਰਹੀ। ਤੂੰ ਚੱਲ, ਮੈਂ ਦੇਖ ਕੇ ਆਉਂਦਾ। ਸ਼ਿੰਦੇ 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 ਕਿੱਥੇ ਆ? हाँ माटो ने रात में बुलाया? मेरा विआह रखता, सवेरे मेरी डोली है ते मैं घरों भज आई। कामड़िया माटो तू घरों क्यों भज आई? तेनू पता है ना मैं तेनू कितना प्यार करदी हां। माटो तेनू की लगदा कि मैं तेनू प्यार नहीं करदा? पर आपां प्यार च इन्ने भी अन्ने नहीं हो सकदे कि अपने मां बाप के सिर ते सुआह पा के मैं अपने सिर ते सेरे बन्ना। नाले मैं तेनू भजा के नहीं विआह के लेके जाना चाहना। पर वो समा हुण लंघ गया, चल मेरे नाल। मैं तेनू कह रही हां ना, कल मेरा विआह है, तू समझदा क्यों? ਕਾਕਾ ਤੈਨੂੰ ਡਰਨ ਦੀ ਕੋਈ ਲੋੜ ਨਹੀਂ। ਮੈਂ ਸਾਰੀ ਗੱਲ ਸੁਣ ਲਈ, ਤੇਰਾ ਕੋਈ ਕਸੂਰ ਨਹੀਂ। ਪਰ ਮਾਟੋ, ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ। ਤਾਂ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਨੇ। ਜਦੋਂ ਧੀ ਘਰੋਂ ਬਾਹਰ ਨਿਕਲਦੀ ਹੈ ਨਾ, ਤਾਂ ਆਪਣੇ ਬਾਪੂ ਦੀ ਚਿੱਟੀ ਪੱਗ ਨਾਲ ਲੈ ਕੇ ਜਾਂਦੀ ਹੈ। ਪਰ ਉਹ ਤੋਂ ਬਾਅਦ ਉਹ ਧੀ ਦਾ ਫਰਜ਼ ਬਣਦਾ ਵੀ ਬਿਨਾਂ ਦਾਗ ਲੱਗਿਆ ਉਹੀ ਚਿੱਟੀ ਪੱਗ ਤਾਜ ਵਾਂਗੂ ਲਿਆ ਕੇ ਆਪਣੇ ਬਾਪੂ ਦੇ ਸਿਰ ਤੇ ਰੱਖੇ। ਕਮੜੀਏ, ਤੂੰ ਤਾਂ ਆ ਵੀ ਨਹੀਂ ਸੋਚਿਆ ਵੀ ਕੱਲ ਨੂੰ ਜਦੋਂ ਤੇਰੀ ਬਰਾਤ ਸਾਡੀ ਦਰਾਂ ਤੇ ਆਉਗੀ, ਉਦੋਂ ਤੇਰੇ ਬਾਪੂ ਹੁਣਾਂ ਦੀਆਂ ਤਾਜ ਵਰਗੀਆਂ ਪੱਗਾਂ ਉਹਨਾਂ ਦੇ ਪੈਰਾਂ 'ਚ ਰੁਲਣਗੀਆਂ। ਜੇ ਮਾਟੋ ਤੂੰ ਇਹੀ ਚਾਹੁੰਦੀ ਆ ਨਾ ਵੀ ਸਾਡੀਆਂ ਤਾਜ ਵਰਗੀਆਂ ਪੱਗਾਂ ਉਹਨਾਂ ਦੇ ਪੈਰਾਂ 'ਚ ਰੁਲਣ, ਜਾ ਪੁੱਤ ਜਾ, ਸ਼ਾਬਾਸ਼, ਮੈਂ ਤੇਰੇ ਨਾਲ ਹਾਂ। फुफ्फड़ जी नहीं। कमलिए, मैं घर दा कदे पूरा नहीं होने देता, ना ही होने दूंगा। मेरे ते भरोसा रख पुत्त। चंगा माटो।
ਉਹ ਕੀ ਹੋ ਗਿਆ, ਤੁਸੀਂ ਅੱਧੀ ਰਾਤ ਤੱਕ ਜਾਗੀ ਜਾਂਦੇ ਹੋ? ਕਿਤੇ ਮਾਟੋ ਦੀ ਵਿਆਹ ਦੀ ਖੁਸ਼ੀ 'ਚ ਜਗਰਾਤਾ ਤੇ ਨਹੀਂ ਰੱਖ ਲਿਆ? ਮਾਟੋ ਕਿੱਥੇ ਗਈ ਸੀ? ਉਹ ਬਾਪੂ ਜੀ ਮੈਂ ਫੁੱਫੜ ਵੈਸੇ ਤਾਂ ਮੈਂ ਪੰਡਤਾਂ ਪੁਰਤਾਂ ਤੋਂ ਪੁੱਛਦਾ ਨਹੀਂ ਹੁੰਦਾ, ਹੁਣ ਧੀ ਧਿਆਣੀਆਂ ਪੁੱਛ ਲਿਆ। ਉਹ ਕਹਿੰਦੇ ਇਹਦੇ ਤੇ ਕਸ਼ਟ ਹੈ, ਅੱਧੀ ਰਾਤ ਨੂੰ ਜਾ ਕੇ ਨਾਰੀਅਲ ਤਾਰਿਆ ਉਹ ਨਹਿਰ 'ਚ, ਉਹ ਤਾਰ ਕੇ ਆਇਆ ਹੁਣ। ਕਿ ਨਹੀਂ ਮਾਟੋ? ਸਾਨੂੰ ਤਾਂ ਦੱਸ ਦਿੰਦੇ। ਉਹ ਆਹੀ ਤਾਂ ਗੱਲ ਹੈ, ਪੰਡਤ ਕਹਿੰਦਾ ਕਿਸੇ ਨੂੰ ਦੱਸੇ ਬਿਨਾਂ ਹੀ ਕਰਨਾ ਇਹ ਉਪਾਅ, ਉਹ ਕਰਕੇ ਆਇਆ ਹੁਣ ਆਪਣੇ ਧੀਆਂ ਪੁੱਤਾਂ ਵਾਸਤੇ ਕਰਨਾ ਹੀ ਪੈਂਦਾ ਸਾਰਾ ਕੁਝ, ਕਿ ਨਹੀਂ? ਹੋ ਕੀ ਗਿਆ? ਬਿੱਜੂਆ, ਤੇਰੀ ਕੁੜੀ ਦਾ ਖਿਆਲ ਤੇਰੇ ਨਾਲੋਂ ਵੱਧ ਕੁੜੀ ਦਾ ਫੁੱਫੜ ਰੱਖਦਾ ਹੈ। ਉਹ ਤਾਂ ਹੀ ਤਾਂ ਫੁੱਫੜੋਂ ਦਾ ਮੋਰੇ ਹਰ ਥਾਂ। ਆ ਪ੍ਰਾਹੁਣੇ ਹੁਣ ਐ ਵੀ ਦੱਸ ਦੇ, ਕੋਈ ਉਪਾਅ ਅਸੀਂ ਤਾਂ ਨਹੀਂ ਕਰਨਾ। ਤੁਸੀਂ ਇੱਕ ਉਪਾਅ ਕਰੋ। ਕੀ? ਰੋਟੀ ਖਵਾ ਦਿਓ। ਇੱਕ ਮਿੰਟ। ਰੋਟੀ ਤੋਂ ਪਹਿਲਾਂ ਕੋੜੇ ਪਾਣੀ ਵਾਲਾ ਉਪਾਅ ਕਰ ਲਓ। ਉਹ ਫਿਰ ਇੱਕੋ ਹੀ ਕਰੂ। ਉਹ ਬਕੜਾ ਚੱਲ ਪੈਣਾ। ਮਗਾਓ ਮਗਾ ਲਓ। ਬੈਠੋ ਆਜਾ। ਮਰ ਜੇ ਰਾਈ ਦਿੱਤਾ ਸੀ। ਚੱਲ ਪਾ ਰੋਟੀ। ਚਲੋ ਤਿਆਰੀਆਂ ਕਰੋ, ਤਿਆਰੀਆਂ। ਭਾਬੀ ਆ ਲੈ ਸੱਸ ਦਾ ਸੂਟ, ਪਰਚੀ ਵੀ ਪਾਤੀ ਮੈਂ। ਕੁੜੇ ਪ੍ਰੀਤੋ ਨੰਦ ਦੇ ਤੇ ਲਾਗੀਆਂ ਦੇ ਸੂਟਾਂ 'ਚ ਪਰਚੀਆਂ ਲਿਖ ਕੇ ਪਾ ਦੋ। ਉਹੀ ਪਾਉਣ ਲੱਗੀ ਆ ਬੇਬੇ। ਬੇਬੇ ਮੇਰਾ ਸੂਟ ਕਿਹੜਾ ਹੈ? ਮੈਂ ਪੀਲਾ ਲੈ ਲਾਂ? ਪੁੱਤ ਤੂੰ ਜਿਹੜਾ ਮਰਜ਼ੀ ਲੈ ਲਾ। ਭਾਗ ਸਿਓ ਕਿਉਂ 50 ਦਾ ਨਿਉਂਦਾ ਆਇਆ ਸੀ, ਲਿਖਿਆ ਨਹੀਂ ਇੱਥੇ? ਲਿਖਿਆ ਬਾਈ, ਅਗਲੇ ਵਾਰ ਕਿਤੇ ਹੋਣਾ ਦੇਖੋ। ਉਹ ਮਾਟੋ ਦਾ ਵਿਆਹ ਕਰਕੇ ਆਪਾਂ ਸੁਰਖਰੂ ਜੇ ਤਾਂ ਹੋ ਜਾਾਂਗੇ, ਫਿਰ ਮਿੱਠੂ ਦਾ ਜਦ ਹੋਊ ਜਦ ਸਹੀ। ਹਾਂ ਬਾਈ, ਮੁੰਡਿਆਂ ਦੇ ਰਿਸ਼ਤੇ ਤਾਂ ਹੋ ਜਾਂਦੇ ਆ, ਫਿਕਰ ਤਾਂ ਕੁੜੀਆਂ ਦੇ ਰਿਸ਼ਤੇ ਦਾ ਹੁੰਦਾ। ਆਪਾਂ ਨੂੰ ਦੋਨੇ ਪ੍ਰਾਹੁਣੇ ਬਹੁਤ ਵਧੀਆ ਮਿਲ ਗਏ ਬਾਈ। ਓਏ ਕਮਲਿਆ, ਧਰਮ ਨਾਲ ਸੋਹਣੀਆਂ ਸਾਕ ਸਕੀਰੀਆਂ ਤਾਂ ਬਹੁਤ ਭਾਗਾਂ ਨਾਲ ਮਿਲਦੀਆਂ ਨੇ। ਆਹ ਦੇਖ ਲਾ, ਅਰਜਨ ਸਿਉ ਕੋਲੇ 13 ਕਿੱਲੇ, ਚੰਨ ਸਿਉ ਕੋਲੇ 15, ਆ ਮਾਟੋ ਵਾਲੇ ਕੋਲੇ 17 ਕਿੱਲੇ। ਮਾਟੋ ਤਾਂ ਇਸ ਹਿਸਾਬ ਨਾਲ ਸਾਰਿਆਂ ਨਾਲੋਂ ਵਧੀਆ ਰਹੀ। ਬਾਪੂ ਜੀ ਸਾਡੇ ਕੋਲ 15-17 ਤਾਂ ਠੀਕ ਹੈ, ਪਰ ਫੁੱਫੜ ਕੋਲ ਕਿੱਲੇ 13 ਨਹੀਂ। ਨਹੀਂ ਪੁੱਤ, 13 ਹੀ ਨੇ। ਇਹ ਸਾਡੀਆਂ ਜ਼ਮੀਨਾਂ ਪੁੱਛਦਾ ਫਿਰਦਾ ਸੀ, ਇਹਨੂੰ ਐ ਨਹੀਂ ਪਤਾ ਵੀ ਇਹਦੀ ਜ਼ਮੀਨ ਵੀ ਕੋਈ ਪੁੱਛ ਸਕਦਾ। ਕਿਉਂ ਫੁੱਫੜ ਜੀ, ਕਿੱਲੇ ਤਾਂ 13 ਹੀ ਨੇ ਕਿ 9 ਨੇ? ਦੱਸ ਦੋ। ਮੈਂ ਕਿਹੜਾ ਹੁਣ ਵਿਆਹ ਕਰਾਉਣਾ, ਜ਼ਮੀਨ ਜਿੰਨੀ ਮਰਜ਼ੀ ਹੋਵੇ। ਜੱਸੀ, ਓ ਜੱਸੀ, ਖੜ ਜਾ ਫੁੱਫੜਾ। ਗੱਲ ਕਿੰਨੇ ਕਿੱਲਿਆਂ ਦੇ ਨਹੀਂ, ਗੱਲ ਸੱਚ ਤੇ ਝੂਠ ਦੀ ਹੈ ਬਾਪੂ ਜੀ। 13 ਚੋਂ 4 ਕਿੱਥੇ ਚੱਕਤੇ? ਰੋਣਿਆ ਆ ਕੀ ਕਹਿ ਰਿਹਾ ਤੂੰ? ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ। ਜੇ ਨਹੀਂ ਯਕੀਨ ਤਾਂ ਸੱਦ ਲਓ ਤੜਕੇ ਪਟਵਾਰੀ ਨੂੰ, ਆਹ ਸਾਹਮਣੇ ਖੜਾ, ਕਰ ਲਓ ਚੈੱਕ ਫਾਦਾ। ਦੱਸ ਫੁੱਫੜਾ, 4 ਕਿੱਲੇ ਵੇਚ ਕੇ ਖਾ ਗਿਆ ਕਿ ਕੋਈ ਹੋਰ ਭੂਆ ਰੱਖੀ ਫਿਰਦਾ ਹੈ? ਬਸ ਕਰ ਓਏ, ਜੇ ਤੂੰ ਜਿਆਦਾ ਬੋਲਿਆ ਨਾ ਹਲਕ ਚੋਂ ਜੀਭ ਬਾਹਰ ਖਿੱਚ ਲੂ ਮੈਂ। ਜੇ ਏਡਾ ਹੀ ਸੱਚਾ ਤਾਂ ਕਹਿ ਦੇ ਹਿੱਕ ਠੋਕ ਕੇ ਵੇਚਤੇ 4 ਕਿੱਲੇ। ਜੇ ਨਹੀਂ ਵੇਚੇ ਤਾਂ ਦੱਸ ਦੇ ਕਿੱਧਰ ਗਏ। ਪੁੱਛੋ ਬਾਪੂ ਜੀ ਹੁਣ। ਅਰਜਨ ਸਿੰਘ, ਸੱਚ ਹੈ? ਜੇ ਮੇਰੇ ਤੇ ਯਕੀਨ ਨਹੀਂ ਨਾ ਤਾਂ ਠੀਕ ਹੈ, ਮੈਂ ਚੱਲਿਆ। ਰੁਕੋ ਫੁੱਫੜ ਜੀ। ਆ ਇਹਦਾ ਚੰਗਾ ਹੈ, ਜਿੱਥੇ ਫਾਜੇ ਦਾ ਕਹਿੰਦਾ ਮੈਂ ਚੱਲਿਆ, ਜਦ ਇਹਨੂੰ ਕਿਸੇ ਨੇ ਰੋਕਿਆ ਤਾਂ ਅੱਜ ਮੈਂ ਚੱਲਿਆ। ਉਹ ਗੱਲ ਨਹੀਂ ਪ੍ਰਾਹੁਣਾ। ਜਦੋਂ ਅੱਖ ਤੇ ਬੋਲ ਕੌੜ। ਭੈਣ ਜੀ, ਨੰਦਾਂ ਦਾ ਟਾਈਮ ਹੋ ਗਿਆ, ਗੱਡੀ ਦੀ ਕੋਈ ਗੱਲ ਹੀ ਨਹੀਂ ਕੀਤੀ। ਲੈ ਦੱਸ, ਜਦ ਇੱਕ ਨੂੰ ਗੱਡੀ ਦਿੱਤੀ ਹੈ ਤਾਂ ਦੂਜੀ ਨੂੰ ਨਹੀਂ ਦੇਣਗੇ? ਤੇ ਫਿਰ ਆ ਜਾਓ ਆਪਾਂ ਗੱਲ ਕਰ ਲਈਏ। ਚੱਲ ਕਰਦੇ ਹੋਰ, ਹਾਂ, ਆ ਜਾਓ। ਚੱਲ। ਵੀਰ ਜੀ, ਉਹ ਗੱਡੀ ਕਿੱਥੇ ਹੈ? ਕਿਹੜੀ ਗੱਡੀ? ਉਹੀ ਜਿਹੜੀ ਤੁਸੀਂ ਇਹਨਾਂ ਨੂੰ ਦਾਜ 'ਚ ਦੇਣੀ ਹੈ। ਅਸੀਂ ਤਾਂ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਮਾਟਨ ਨੂੰ ਦਾਜ 'ਚ ਗੱਡੀ ਦੇਵਾਂਗੇ। ਲੈ ਦੱਸ, ਜਦੋਂ ਇੱਕ ਨੂੰ ਦਿੱਤੀ ਹੈ ਤੇ ਫਿਰ ਦੂਜੀ ਨੂੰ ਨਹੀਂ ਦੇਣੀ? ਦੂਜੀ ਨੂੰ? ਨਾ ਭੈਣ ਜੀ, ਤੁਹਾਨੂੰ ਕੋਈ ਗਲਤਫਹਿਮੀ ਹੋ ਗਈ। ਅਸੀਂ ਤਾਂ ਕਦੇ ਨਹੀਂ ਕਿਹਾ ਕਿ ਮਾਟਨ ਨੂੰ ਦਾਜ 'ਚ ਗੱਡੀ ਦੇਵਾਂਗੇ। ਕਿਉਂ ਕੁਫਰ ਤੋਲਦੇ ਹੋ? ਝੂਠ ਤਾਂ ਨਾ ਬੋਲੋ ਭਾਈ। ਨਾ ਦਿੱਤੀ ਨਹੀਂ ਤੁਸੀਂ ਵੱਡੀ ਨੂੰ ਗੱਡੀ? ਭੈਣ ਜੀ,
ਚੰਨ ਨੇ ਰਿਸ਼ਤਾ ਕਰਾ ਕੇ ਸਾਡਾ ਨੱਕ ਵੜਾਤਾ। ਭੈਣ ਜੀ ਅਸੀਂ ਤੁਹਾਨੂੰ ਗੱਡੀ ਕਦੋਂ ਦਿੱਤੀ ਹੈ? ਭਾਈ ਆ ਝੂਠ ਬੋਲ ਕੇ ਸਾਡਾ ਸ਼ਰੀਕਾ 'ਚ ਫਰਕ ਕਾਹਨੂੰ ਪਾਉਂਦੇ ਹੋ? ਮੇਰੀ ਗੱਲ ਸੁਣ ਲਓ, ਮੈਂ ਗੱਡੀ ਬਿਨਾ ਪੁੱਤ ਨਹੀਂ ਵਿਆਹਣਾ। ਮੋੜ ਕੇ ਲੈ ਜਾਓ ਬਰਾਤ। ਭੈਣ ਜੀ ਬਰਾਤ ਮੋੜਨ ਵਾਲੀ ਕਿਹੜੀ ਗੱਲ ਆ? ਵਿਆਹ ਕਿਉਂ ਟੁੱਟੂਗਾ? ਦੇਖੋ ਭੈਣ ਜੀ, ਨਾ ਮੈਂ ਵੱਡੀ ਨੂੰ ਗੱਡੀ ਦਿੱਤੀ ਹੈ, ਨਾ ਮੈਂ ਛੋਟੀ ਨੂੰ ਦੇ ਸਕਦਾ। ਸਾਡੀ ਇੰਨੀ ਪਹੁੰਚ ਹੀ ਨਹੀਂ। ਹਾਜੇ ਕੋਈ ਇਦਾਂ ਦੀ ਗੱਲ ਸੀ ਪਹਿਲਾਂ ਗੱਲ ਕਰਦੇ, ਹੁਣ ਤੁਸੀਂ ਮੇਰੀ ਰਿਸ਼ਤੇਦਾਰਾਂ 'ਚ ਕਿਉਂ ਬੇਇੱਜ਼ਤੀ ਕਰਵਾ ਰਹੇ ਹੋ? ਲੈ ਸੁਣ ਲਓ ਇਹਨਾਂ ਦੀ ਗੱਲ। ਉਹ ਜਿਹੜੇ ਬੰਦੇ ਅੱਜ ਹੀ ਮੁੱਕਰੀ ਜਾਂਦੇ ਐ, ਕੱਲ ਨੂੰ ਕਿੱਥੋਂ ਪਾਰ ਲਾ ਦੇਣਗੇ? ਮੈਨੂੰ ਨਹੀਂ ਇਹ ਰਿਸ਼ਤਾ ਮਨਜ਼ੂਰ। ਚਲੋ ਵੇ ਸਾਰੇ। ਹਾਂ ਪੈ ਗਈ ਇਹਨਾਂ ਦੇ ਕਾਲਜੇ 'ਚ ਠੰਡ। ਕਹਿੰਦੇ ਆ ਗੱਡੀ ਨਹੀਂ ਦੇਣੀ। ਭੈਣ ਜੀ ਗੱਲ ਤਾਂ ਸੁਣੋ, ਤੁਸੀਂ ਮੇਰੀ ਗੱਲ ਤਾਂ ਸੁਣੋ। ਵੇਖ ਸੁਣ ਕਾਕਾ, ਖੜਾ ਹੋ ਜਾ ਇੱਥੋਂ। ਕੀ ਹੋ ਗਿਆ ਬੇਬੇ? ਇਹ ਕੀ ਹੋਣਾ ਸੀ? ਬਹੁਤ ਕੁਝ ਹੋ ਗਿਆ। ਹਾਂ ਕੀ ਹੋ ਗਿਆ ਚਾਚੀ? ਲੈ ਸੁਣ ਲੈ ਚਾਚੀ, ਕੀ ਹੋ ਗਿਆ? ਕੱਢ ਲਿਆ ਨਾ ਵੈਰ, ਕਰਤੀ ਸ਼ਰੀਕ ਵਾਲੀ ਹੈ। ਉਹ ਬੇਬੇ ਗੱਲ ਤਾਂ ਦੱਸ ਦੇ। ਵੇ ਸੋਹਣਿਆ ਪੁੱਤਾ, ਗੱਲ ਕੀ ਦੱਸਾਂ ਤੈਨੂੰ? ਜੇ ਤੂੰ ਵੱਧ ਘੱਟ ਬੋਲਿਆ ਨਾ ਤਾਂ ਮੇਰਾ ਮਰੀ ਦਾ ਮੂੰਹ ਵੇਖੇਗਾ। ਤੂੰ ਤੁਰ ਪਾ ਮੇਰੇ ਨਾਲ। ਘਰ ਜਾ ਕੇ ਦੱਸੂ ਪੁੱਤ। ਆ ਜਾ ਨਾ। ਲੈ ਲਿਆ ਸਵਾਦ। ਵੱਡੀ ਨੂੰ ਤਾਂ ਦੇਤੀ ਗੱਡੀ, ਹੁਣ ਛੋਟੀ ਨੂੰ ਕੌਣ ਦੇਊ? ਮੈਂ ਛੋਟੀ ਨੂੰ ਵੀ ਉਹੀ ਦੇਊ ਜਿਹਨੇ ਵੱਡੀ ਨੂੰ ਦਿੱਤੀ ਹੈ। ਉਹ ਤੂੰ ਦੇਵੇਂਗਾ ਗੱਡੀ? ਆਪਣੀ ਔਕਾਤ ਦੇਖ ਕੇ ਗੱਲ ਕਰੀਦੀ ਹੈ। ਮੈਨੂੰ ਸਭ ਕੁਝ ਪਤਾ ਲੱਗ ਗਿਆ। ਉਹ ਤੂੰ ਕੀ ਗੱਡੀ ਦੇਵੇਂਗਾ? ਤੂੰ ਤਾਂ 4 ਕਿੱਲੇ ਪਹਿਲਾਂ ਹੀ ਵੇਚੀ ਬੈਠਾ ਹੈ। 4 ਛੱਡੋ, ਇਹਨੇ ਤਾਂ 8 ਵੇਚੇ ਨੇ। मतलब ਅਸੀਂ ਦੱਸਦੇ ਹਾਂ। ਲੱਗਦਾ ਸਾਨੂੰ ਅੱਜ ਸੱਚ ਦੱਸਣਾ ਹੀ ਪੈਣਾ। ਨਾ ਉਹ ਗੱਡੀ ਕਿੱਥੇ ਆਵੇ? ਉਹ ਜੀ ਕੁੜੀ ਦੇ ਫੁੱਫੜ ਨੇ ਆਖਿਆ ਜੀ ਅਸੀਂ ਸਾਰਾ ਕੁਝ ਹੀ ਦਵਾਂਗੇ। ਨਾ ਸਾਰਾ ਕੁਛ ਨੂੰ ਕੀ ਗੱਡੇ ਭਰ ਕੇ ਦੇਤੇ ਉਹਨਾਂ ਨੇ? ਨੰਗਾ ਕੋਲੋਂ ਇੱਕ ਗੱਡੀ ਤਾਂ ਦਿੱਤੀ ਨਹੀਂ ਗਈ। ਚਾਹੇ ਫੁੱਫੜ ਨੇ ਕਿਹਾ ਸੀ ਤੇ ਚਾਹੇ ਭੂਆ ਨੇ। ਜਾ ਕੇ ਗੱਲ ਕਰੋ ਉਹਨਾਂ ਨਾਲ। ਮੈਨੂੰ ਗੱਡੀ ਚਾਹੀਦੀ ਹੈ, ਨਹੀਂ ਤਾਂ ਕੁੜੀ ਪੁੱਠੇ ਪੈਰੀ ਮੋੜ ਦੂੰ। ਠੀਕ ਹੈ ਜੀ। ਨਾਲੇ ਗੱਲ ਸੁਣੋ, ਚੰਨ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਵੀ ਗੱਡੀ ਮੈਂ ਮੰਗੀ। ਆਈ ਸਮਝ? ਚੰਗਾ ਜੀ। ਸਰਦਾਰੇ ਤੇ ਕਰਤਾਰੇ ਦੇ ਵਿੱਚ ਕਾਰ ਦੇਣ ਦੀ ਪਹੁੰਚ ਨਹੀਂ ਹੈਗੀ, ਪਰ ਤੁਸੀਂ ਫਿਕਰ ਨਾ ਕਰੋ, ਉਹਨਾਂ ਨੂੰ ਕਾਰ ਜ਼ਰੂਰ ਮਿਲੂਗੀ। ਭਾਵੇਂ ਉਹਦੇ ਲਈ ਮੈਨੂੰ ਆਪਣੇ 4 ਕਿੱਲੇ ਕਿਉਂ ਨਾ ਵੇਚਣੇ ਪੈਣ। ਗੱਡੀ ਮੰਗ ਕੇ ਤੂੰ ਮੇਰਾ ਸਿਰ ਨੀਵਾ ਕਰਤਾ। ਆਪਣੇ ਘਰ 'ਚ ਕਿਸ ਚੀਜ਼ ਦੀ ਕਮੀ ਸੀ? ਜੇ ਮੰਗਣਾ ਸੀ ਤਾਂ ਉਸ ਰੱਬ ਤੋਂ ਮੰਗਦੀ। ਪਰ ਪੁੱਤ ਬਸ ਬੇਬੇ, ਹੁਣ ਤੂੰ ਨਾ ਹੀ ਬੋਲਤਾ ਚੰਗਾ। ਫੁੱਫੜ ਜੀ, ਜੇ ਸਾਰਾ ਕੁਝ ਤੁਸੀਂ ਮੈਨੂੰ ਦੱਸਦੇ, ਮੈਂ ਕਹਾਣੀ ਇੱਥੋਂ ਤੱਕ ਆਉਣ ਨਹੀਂ ਸੀ ਦੇਣੀ। ਪਰ 4 ਕਿੱਲੇ ਵੇਚ ਕੇ ਦਾਜ ਨੂੰ ਬੜਾਵਾ ਦੇਣਾ ਕੋਈ ਚੰਗੀ ਗੱਲ ਤਾਂ ਨਹੀਂ। ਉਹ ਮੈਂ ਕਾਹਨੂੰ ਦਾਜ ਨੂੰ ਵਧਾਵਾ ਦਿੱਤਾ? ਇਹ ਤਾਂ ਫਸੇ ਹੁੰਦੇ ਨੇ ਮਾਪੇ, ਉਦੋਂ ਕਰਨਾ ਪੈਂਦਾ ਉਹਨਾਂ ਨੂੰ, ਉਦੋਂ ਦੇਣੀਆਂ ਪੈਂਦੀਆਂ ਨੇ ਗੱਡੀਆਂ। ਪਾਲੀ ਦੇ ਆਨੰਦ ਕਾਰਜ ਹੋ ਚੁੱਕੇ ਸੀ, ਫਿਰ ਤੁਸੀਂ ਗੱਡੀ ਮੰਗ ਲਈ। ਗੱਡੀ ਨਾ ਦੇਵੇ ਤਾਂ ਬੰਦਾ ਕੀ ਕਰੇ? ਹੋਰ ਹੀ ਲੈ ਹੀ ਨਹੀਂ ਸੀ ਕੋਈ। ਆ ਹੁਣ ਮਾਟੋ ਦੀ ਬਰਾਤ ਦਰਾਂ ਤੇ ਆਈ ਖੜੀ ਆ, ਮੋੜਦੀ ਇੱਥੋਂ। ਗੱਡੀ ਨਾ ਦੇਈਏ ਤਾਂ ਹੋਰ ਦੱਸ ਕੀ ਕਰੀਏ? ਜੇ ਆ ਗੱਲ ਆ ਤਾਂ ਹੁਣ 4 ਕਿੱਲੇ ਪਹਿਲੀ ਮੈਂ ਵੇਚੂੰਗਾ, ਕੁੜੀ ਨੂੰ ਗੱਡੀ ਮੈਂ ਦਊਂਗਾ, ਪਰ ਦਾਜ ਦੇ ਨਾਲ ਲੋਭੀਆਂ ਨੂੰ ਨਹੀਂ। ਸ਼ਾਬਾਸ਼ ਏ ਭਤੀਜਾ, ਤੂੰ ਚੰਗੇ ਚੌਂ ਟਿਕਾਉਣ ਲੱਗਿਆ ਸਾਡੇ। ਆ ਸ਼ਰੀਕ ਤਾਂ ਮਿੱਟੀ ਦਾ ਮਾਂ ਨਹੀਂ ਹੁੰਦਾ ਨਾ। ਪੈ ਗਈ ਕਾਲ ਜੇ ਠੰਡ। ਆ ਕਰਤੀ ਸ਼ਰੀਕਾਂ ਵਾਲੀ। ਮੇਰੇ ਪੁੱਤ ਨੂੰ 17 ਕਿੱਲੇ ਆਉਂਦੇ ਆ, ਝੋਟੇ ਦੇ ਸਿਰ ਵਰਗੇ। ਜੇ ਗੱਡੀ ਦੇਉਂਗੇ ਤਾਂ ਮੈਂ ਮੁੰਡਾ ਵਿਆਹੂ, ਨਹੀਂ ਤਾਂ ਮੈਂ ਚੱਲੀ ਐ। ਜੇ ਆ ਗੱਲ ਆ ਤੁਰਦੇ ਬਣੋ।
ਚੰਨ ਬਸ ਮਾਤਾ ਤੁਸੀਂ ਵੀ ਜਾ ਸਕਦੇ ਹੋ। ਪੁੱਤ ਨਾ ਬਾਪੂ ਵੇ ਚੱਲੋ ਕਿ ਹੋਰ ਬੇਇੱਜ਼ਤੀ ਕਰਾਉਣੀ ਇਹਨਾਂ ਤੋਂ। ਚੱਲ ਪੁੱਤ ਚਲੋ। ਕਿੱਥੋਂ ਚਿੰਬੜ ਗਏ ਫੁੱਫੜ ਜੀ ਮੇਰੇ ਤੋਂ ਸੱਚੀ ਗਲਤੀ ਹੋਈ ਆ। ਤੁਸੀਂ ਬੰਦੇ ਨਹੀਂ ਮਾੜੇ, ਮੈਂ ਤੁਹਾਨੂੰ ਗਲਤ ਸਮਝ ਬੈਠਾ। ਘਰ ਦਾ ਮੋਢੀ ਜਿਹੋ ਜਿਹਾ ਹੋਣਾ ਚਾਹੀਦਾ ਬਿਲਕੁਲ ਉਹੋ ਜਿਹੀ ਹੋ। ਪਰ ਜਿਨ੍ਹਾਂ ਨੇ ਆਪਾਂ ਨੂੰ ਧੀਆਂ ਦੇਤੀਆਂ ਉਹਨਾਂ ਦੇ ਘਰ ਚ ਆ ਕੇ ਆਪਾਂ ਨੂੰ ਜਵਾਈ ਨਹੀਂ ਪੁੱਤ ਬਣ ਕੇ ਆਉਣਾ ਚਾਹੀਦਾ। ਸ਼ਾਬਾਸ਼ ਸ਼ੇਰਾ, ਛੋਟਾ ਹੋ ਕੇ ਵੱਡੀ ਗੱਲ ਕਰ ਗਿਆ। ਓਏ ਸ਼ਾਬਾਸ਼। ਬਾਈ ਬਰਾਤ ਅੰਦਰੋਂ ਮੁੜ ਗਈ, ਹੁਣ ਆਪਣੀ ਮਾਟੋ ਦਾ ਕੀ ਹੋਊਗਾ? ਬਾਪੂ ਜੀ ਤੁਸੀਂ ਉਹਦੀ ਫਿਕਰ ਨਾ ਕਰੋ। ਆਇਆ ਵੀ ਨਵੇਂ ਪ੍ਰਾਹੁਣਿਆ। ਸਤਿ ਸ਼੍ਰੀ ਅਕਾਲ ਜੀ। ਓਏ ਸਤਿ ਸ੍ਰੀ ਅਕਾਲ। ਉਹ ਤੈਨੂੰ ਕਿਵੇਂ ਪਤਾ ਇਹਦੇ ਬਾਰੇ? ਮੈਨੂੰ ਦੱਸਣ ਵਾਲੀ ਨੇ ਥੋੜਾ ਲੇਟ ਦੱਸਿਆ। ਜੇ ਪਹਿਲਾਂ ਦੱਸਦੀ ਤਾਂ ਮੈਂ ਸਭ ਕੁਝ ਹੋਣ ਨਹੀਂ ਸੀ ਦੇਣਾ। ਕਿਉਂ ਫੁੱਫੜ ਜੀ ਮੁੰਡਾ ਪਸੰਦ ਆ? ਹੀਰਾ ਹੀਰਾ। ਬਾਪੂ ਜੀ ਸਾਨੂੰ ਦੋਨਾਂ ਦਾ ਮੁੰਡਾ ਪਸੰਦ ਆ, ਤੁਸੀਂ ਦੱਸੋ। ਜਦੋਂ ਦੋਨੇ ਪ੍ਰਾਹੁਣਿਆਂ ਨੇ ਮੋਹਰ ਲਾਤੀ ਫਿਰ ਦੋਨੇ ਬਾਪੂਆਂ ਨੂੰ ਵੀ ਪਸੰਦ ਹੀ ਆ। ਕੀ ਬਾਤ ਹੈ, ਮੁਬਾਰਕਾਂ ਬਈ। ਮੇਰੀ ਰਾਣੀ ਧੀ, ਅੱਛਾ ਮੈਨੂੰ ਦੱਸ ਤੈਨੂੰ ਆ ਮੁੰਡਾ ਪਸੰਦ ਹੈ? ਜੀ। ਸਤਿ ਸ਼੍ਰੀ ਅਕਾਲ। ਜਿਉਂਦਾ ਰਹਿ ਸ਼ੇਰਾ, ਤੁਹਾਡੀ ਖੁਸ਼ੀ 'ਚ ਸਾਡੀ ਖੁਸ਼ੀ ਹੈ। ਮੁਬਾਰਕਾਂ ਛੋਟੇ ਭਾਈ। ਤੁਹਾਨੂੰ ਵੀ ਬਾਈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਮਿਰਜ਼ਾ ਸਾਹਿਬਾਂ ਨੂੰ ਭਜਾ ਕੇ ਲੈ ਕੇ ਜਾਵੇ, ਕਈ ਵਾਰ ਵਿਆਹ ਕੇ ਵੀ ਲੈ ਜਾਂਦਾ। ਨਾਲੇ ਜਿਹੜਾ ਸਵਾਦ ਵਿਆਹਣ 'ਚ ਆ ਨਾ ਭਜਾਉਣ 'ਚ ਨਹੀਂ ਹੈਗਾ। ਤੂੰ ਹਟਦਾ ਨਹੀਂ ਹੈ ਨਾ ਸ਼ਿੰਦਿਆ। ਇਹ ਹੁਣ ਤੇਰੀ ਚੱਲੂਗੀ। ਤੁਹਾਡੀ ਚੱਲੂ। ਤੇਰੀ ਨਹੀਂ ਚੱਲੂਗੀ। ਫੁੱਫੜ ਜੀ ਤੁਹਾਡੀ ਚੱਲੂ। ਇੱਕ ਵਾਰ ਆਨੰਦ ਤਾਂ ਕਰਾ ਲਓ, ਫੇਰ ਦੱਸਦਾ ਕਿਹਦੀ ਚੱਲੂ। चला जा क्यों सपना में आकर रात काली कर जावे है, सुबह होते ही क्यों गुम हो जावे, आंखें खोलो या बंद मन तू दिख जावे है, जिसने भी देखो मन तू नजर आवे। क्यों सपना में आकर रात काली कर जावे है, सुबह होते ही क्यों गुम हो जावे, आंखें खोलो या बंद मन तू दिख जावे है, जिसने भी देखो मन तू नजर आवे। जिस दिन तू मिली मैं लठ गाड़ दूंगा, बेबी बोले की कसम तेरा रानी बना दूंगा, देख काली कार मारे काले रिवाज है, दिल मना कोट बेबी का मारे साफ है। सर्च कर वर्ल्ड वाइड एरिया में चर्चे हो, ऐसा यार आगे खुला देख खर्चे हो, ऐसा यार मारे पोकर ऐसा काम मारे सुतरे हैं, सिखा मन बचपन ते अपनी मात है, बहन बेटिया की इज्जत मन करनी, कोई बैरी न करे धरती ता हम था देंगे टोर हरियाणा के देसी मारी बोली है जय हरियाणा, वर्ल्ड वाइड पहुंचाना है बोलने का हाथ सदाम
मारे सर पे है दौरे काम मारे देख काले लिबाज है दिल में न खोट बेबी काम मारे साफ है हरियाणा बिलोंग है दिल से चाह लाडो खोट नहीं बोल मारी लाडो तना रानी बना दूंगा मांगेगी हीरे को ही नूर दिला दूंगा साथ मारे देगी पूरी दुनिया घुमा दूंगा आया मारे बीच साढ़े पहाड़ उकाड़ दूंगा पिंक लिप्स बेबी तेरी आंखें शराबी है लिप ऊपर दिल तेरा मारे इशारे है तेरे पीछे कितने लौंडे मन पेले है मन न पेरा मैं फैर हो जाता हूँ बैठ मारी गाड़ी में तना मैं घुमाऊंगा 20 हाई स्पीड स्लो राग नहीं सुनाऊंगा दिल गोवा छोड़ हरियाणा ले जाऊंगा मक्के की रोटी गिला सा खिलाऊंगा पैसे की लोड़ नहीं खर्च करोड़ है आज मौका मिला देख आग लगा दूंगा छोरा हरियाणा का दुम्मा मठा दूंगा देख काली कार मारे काले लिबाज है दिल मना कोट बेबी काम मारे बोला था ना आग लगा दूंगा रिमेम्बर मी शिकारी रिपीट काली कार मारी दे काली कार मारी दे काली कार मारी दे काली कार मारी